ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ ਕਿ ਕੁਝ ਦਿਨ ਤੋਂ ਅਸੀਂ ਗੂਜਰੀ ਕੀ ਵਾਰ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਕੱਲ ਤੱਕ ਅਸੀਂ 18 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 19ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪਾਵਨ ਪੌੜੀ ਦੇ ਨਾਲ ਜੋ ਪਹਿਲਾ ਸ਼ਲੋਕ ਹੈ, ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 523 ਤੇ ਅੰਕਿਤ। ਸ਼ਲੋਕ ਮਹਿਲਾ ਪੰਜਵਾਂ। ਜੀਵਨ ਦਿਆਂ ਨਾ ਚੇਤਿਓ, ਮੂਆ ਰਲੰਦੜੋ ਖਾਕ, ਨਾਨਕ ਦੁਨੀਆ ਸੰਗ ਗੁਦਾਰਿਆ, ਸਾਕਤ ਮੂੜ ਨਪਾਕ। ਇਸ ਸ਼ਲੋਕ ਵਿੱਚ ਗੁਰਦੇਵ ਪਾਤਸ਼ਾਹ ਨੇ ਸਾਨੂੰ ਸਮਝਾਇਆ ਹੈ ਕਿ ਜੇ ਅਸੀਂ ਰੱਬੀ ਗੁਣਾਂ ਦੇ ਨਾਲ ਨਹੀਂ ਜੁੜਦੇ ਤਾਂ ਇਹ ਜ਼ਿੰਦਗੀ ਸਾਰੀ ਦੀ ਸਾਰੀ ਨਿਕੰਮੀ ਰਹਿ ਜਾਂਦੀ ਹੈ, ਬੇਕਾਰ ਚਲੀ ਜਾਂਦੀ ਹੈ, ਵਿਅਰਥ ਚਲੀ ਜਾਂਦੀ ਹੈ, ਕਿਸੇ ਵੀ ਕੰਮ ਨਹੀਂ ਆਉਂਦੀ। ਲੇਕਿਨ ਜੇ ਮਨੁੱਖ ਇਸ ਜੀਵਨ ਦੇ ਅੰਦਰ ਰੱਬੀ ਗੁਣਾਂ ਦੇ ਨਾਲ ਜੁੜਿਆ ਰਹੇ ਤਾਂ ਇਹ ਜੀਵਨ ਸਫਲ ਹੋ ਜਾਂਦਾ ਹੈ। ਹੁਣ ਚੋਇਸ ਮਨੁੱਖ ਦੀ ਆਪਣੀ ਹੈ ਕਿ ਉਹ ਇਸ ਜੀਵਨ ਨੂੰ ਚੰਗਾ ਬਣਾਉਣਾ ਚਾਹੁੰਦਾ ਹੈ, ਮਾੜਾ ਬਣਾਉਣਾ ਚਾਹੁੰਦਾ ਹੈ, ਜੀਵਨ ਵਿੱਚ ਸਫਲ ਹੋਣਾ ਚਾਹੁੰਦਾ ਹੈ ਜਾਂ ਅਸਫਲ ਹੋਣਾ ਚਾਹੁੰਦਾ ਹੈ, ਦੁਖੀ ਹੋਣਾ ਚਾਹੁੰਦਾ ਹੈ ਜਾਂ ਸੁਖੀ ਹੋਣਾ ਚਾਹੁੰਦਾ ਹੈ। ਉਹ ਇਹਦੇ ਜੀਵਨ ਜੀਣ ਦੇ ਢੰਗ ਤੇ ਡਿਪੈਂਡ ਕਰੇਗਾ। ਤਾਂ ਗੁਰੂ ਪਾਤਸ਼ਾਹ ਜੀ ਸਮਝਾ ਰਹੇ ਨੇ, ਜੀਵਨ ਦੇ ਆ ਨਾ ਚੇਤਿਓ, ਮੂਆ ਰਲੰਦੜੋ ਖਾਕ। ਜਿੰਨਾ ਚਿਰ ਤੱਕ ਬੰਦਾ ਜਿਉਂਦਾ ਰਿਹਾ ਤਾਂ ਜੀਵਨ ਦੇ ਅੰਦਰ ਉਹਨੇ ਰੱਬ ਨੂੰ ਯਾਦ ਨਹੀਂ ਕੀਤਾ, ਰੱਬੀ ਗੁਣਾਂ ਨੂੰ ਯਾਦ ਨਹੀਂ ਕੀਤਾ, ਰੱਬੀ ਰਜ਼ਾ ਵਿੱਚ ਨਹੀਂ ਤੁਰਿਆ। ਮੂਆ ਰਲੰਦੜੋ ਖਾਕ, ਰਲੰਦੜੋ ਦਾ ਮਤਲਬ ਰਲ ਗਿਆ। ਤੇ ਜਦੋਂ ਮਰਿਆ ਸਰੀਰ ਕਰਕੇ ਉਦੋਂ ਮਿੱਟੀ ਦੇ ਵਿੱਚ ਰਲ ਗਿਆ। ਯਾਨੀ ਬੰਦਾ ਜੰਮਿਆ ਔਰ ਰਲੰਦੜੋ ਖਾਕ ਦਾ ਮਤਲਬ ਮਿੱਟੀ ਵਿੱਚ ਮਿਲ ਗਿਆ ਮਰ ਕੇ। ਲੇਕਿਨ ਸਾਰੀ ਜ਼ਿੰਦਗੀ, ਸਾਰੇ ਜੀਵਨ ਦੇ ਅੰਦਰ ਰੱਬੀ ਗੁਣਾਂ ਨੂੰ ਨਹੀਂ ਚੇਤਿਆ, ਰੱਬੀ ਗੁਣਾਂ ਨੂੰ ਯਾਦ ਵਿੱਚ ਨਹੀਂ ਵਸਾਇਆ, ਰੱਬੀ ਗੁਣਾਂ ਨੂੰ ਇੰਪਲੀਮੈਂਟ ਨਹੀਂ ਕੀਤਾ। ਤਾਂ ਇਹਦਾ ਮਤਲਬ ਇਹਦੀ ਸਾਰੀ ਜ਼ਿੰਦਗੀ ਬੇਕਾਰ ਚਲੀ ਗਈ, ਸਾਰਾ ਜੀਵਨ ਹੀ ਇਹਨੇ ਵਿਅਰਥ ਗਵਾ ਲਿਆ। ਦੇਖੋ, ਮਰ ਸਾਰਿਆਂ ਨੇ ਜਾਣਾ, ਪਰ ਜੇ ਰੱਬੀ ਗੁਣਾਂ ਦੇ ਨਾਲ ਇਹ ਬੰਦਾ ਜੀਵੇਗਾ ਤਾਂ ਇੱਕ ਤਾਂ ਸੁਖੀ ਰਹੇਗਾ, ਸ਼ਾਂਤ ਰਹੇਗਾ, ਦੂਜਿਆਂ ਨੂੰ ਵੀ ਸੁਖ ਔਰ ਸ਼ਾਂਤੀ ਦੇਵੇਗਾ ਤੇ ਜੀਵਨ ਦੇ ਅੰਦਰ ਕੁਝ ਚੰਗਾ ਵੀ ਕਰ ਜਾਏਗਾ। ਪਰ ਜੇ ਸਾਰੀ ਜ਼ਿੰਦਗੀ ਰੱਬੀ ਗੁਣਾਂ ਤੋਂ ਬਿਨਾਂ ਹੀ ਜੀਂਦਾ ਹੈ ਤਾਂ ਆਪ ਵੀ ਦੁਖੀ ਔਰ ਲੋਕਾਂ ਦੇ ਵਿੱਚ ਵੀ ਦੁੱਖ ਅਸ਼ਾਂਤੀ ਫੈਲਾਉਣ ਦਾ ਕਾਰਨ ਬਣਦਾ ਹੈ। ਨਾਨਕ ਦੁਨੀਆ ਸੰਗ ਗੁਦਾਰਿਆ, ਗੁਦਾਰਿਆ ਦਾ ਮਤਲਬ ਗੁਜ਼ਾਰਿਆ। ਸਾਕਤ ਮੂੜ ਨਪਾਕ, ਸਾਕਤ ਦਾ ਮਤਲਬ ਪ੍ਰਭੂ ਨਾਲੋਂ ਟੁੱਟਿਆ ਹੋਇਆ, ਮੂੜ ਦਾ ਮਤਲਬ ਕਮਲਾ ਅਣਜਾਣ, ਤੇ ਨਪਾਕ ਦਾ ਮਤਲਬ ਅਪਵਿੱਤਰ। ਰੱਬ ਨਾਲੋਂ ਟੁੱਟੇ ਹੋਏ ਐਸੇ ਮੂਰਖ ਅਪਵਿੱਤਰ ਮਨੁੱਖ ਨੇ ਦੁਨੀਆ ਨਾਲ ਹੀ ਸਾਰੀ ਜ਼ਿੰਦਗੀ ਗੁਜ਼ਾਰ ਦਿੱਤੀ। ਇੱਥੇ ਦੁਨੀਆ ਦਾ ਮਤਲਬ ਦੁਨੀਆ ਦਾ ਮੋਹ ਜਾਂ ਦੁਨੀਆ ਦੇ ਪਾਪ ਔਰ ਵਿਕਾਰਾਂ ਦੀ ਗੱਲ ਹੈ। ਇੱਥੇ ਦੁਨੀਆ ਨੂੰ ਛੱਡਣ ਦੀ ਗੱਲ ਨਹੀਂ ਹੈ। ਮਾਇਆ ਵਾਲੀ ਜ਼ਿੰਦਗੀ, ਮਾਇਆ ਵਾਲੀ ਸੋਚ, ਵਿਕਾਰਾਂ ਵਾਲੀ ਜ਼ਿੰਦਗੀ, ਮੋਹ ਵਾਲਾ ਜੀਵਨ ਹੀ ਗੁਜ਼ਾਰਿਆ ਰੱਬ ਦੇ ਨਾਲ ਟੁੱਟੇ ਹੋਏ ਕਮਲੇ ਬੇਸਮਝ ਅਪਵਿੱਤਰ ਮਨੁੱਖ ਨੇ। ਯਾਨੀ ਬੇਸਮਝ ਵੀ ਰਿਹਾ ਔਰ ਜਿਹੜੀ ਜ਼ਿੰਦਗੀ ਗੁਜ਼ਾਰੀ ਉਹ ਵੀ ਅਪਵਿੱਤਰ ਗੰਦੀ ਜ਼ਿੰਦਗੀ ਗੁਜ਼ਾਰੀ, ਚੰਗੀ ਜ਼ਿੰਦਗੀ ਨਹੀਂ ਗੁਜ਼ਾਰੀ। ਤਾਂ ਸਾਡੇ ਕੋਲ ਸਮਾਂ ਹੈ, ਇਸ ਸਮੇਂ ਨੂੰ ਚੰਗਾ ਬਣਾਇਆ ਜਾ ਸਕਦਾ ਹੈ ਗੁਣਾਂ ਦੇ ਧਾਰਨੀ ਹੋ ਕੇ, ਸੱਚੀ ਜ਼ਿੰਦਗੀ ਜੀ ਕੇ। ਇਸ ਜੀਵਨ ਨੂੰ ਪਵਿੱਤਰ, ਇਸ ਜੀਵਨ ਨੂੰ ਸੋਹਣਾ ਬਣਾਇਆ ਜਾ ਸਕਦਾ ਹੈ, ਸੋਚ ਨੂੰ ਸੋਹਣਾ ਬਣਾਇਆ ਜਾ ਸਕਦਾ ਹੈ। ਬੰਦੇ ਦੇ ਅੰਦਰ ਤਾਕਤ ਵੀ ਹੈ, ਬੰਦੇ ਦੇ ਅੰਦਰ ਗੁਣ ਵੀ ਨੇ, ਬੰਦੇ ਦੇ ਅੰਦਰ ਪੋਸੀਬਿਲਿਟੀ ਵੀ ਹੈ। ਸਾਰਾ ਕੁਝ ਹੁੰਦਿਆਂ ਹੋਇਆਂ ਰੱਬ ਨਾਲੋਂ ਟੁੱਟ, ਰੱਬੀ ਗੁਣਾਂ ਨਾਲੋਂ ਟੁੱਟ ਕੇ ਮੂਰਖ ਮਨੁੱਖ ਆਪਣੀ ਜ਼ਿੰਦਗੀ ਨੂੰ ਅਪਵਿੱਤਰ ਬਣਾ ਲੈਂਦਾ ਹੈ ਔਰ ਦੁੱਖਾਂ ਵਿਕਾਰਾਂ ਦੇ ਅੰਦਰ ਹੀ ਆਪਣੇ ਜੀਵਨ ਨੂੰ ਗੁਜ਼ਾਰਦਾ ਰਹਿੰਦਾ ਹੈ। ਮਹਿਲਾ ਪੰਜਵਾਂ। ਦੂਜੀ ਕਿਸਮ ਦੇ ਹੁਣ ਲੋਕ ਐਸੇ ਨੇ, ਜੀਵਨ ਦਿਆਂ ਹਰ ਚੇਤਿਆ, ਮਰੰਦਿਆਂ ਹਰ ਰੰਗ। ਜੀਵਨ ਦਿਆਂ ਦਾ ਮਤਲਬ ਜਿਉਂਦਿਆਂ, ਹਰ ਚੇਤਿਆ ਦਾ ਮਤਲਬ ਹਰੀ ਨੂੰ ਯਾਦ ਰੱਖਿਆ, ਆਪਣੀ ਯਾਦ ਦੇ ਵਿੱਚ ਰੱਬੀ ਗੁਣਾਂ ਨੂੰ ਵਸਾਇਆ।
ਮਰੰਦਿਆਂ ਹਰ ਰੰਗ, ਮਰੰਦਿਆਂ ਦਾ ਮਤਲਬ ਮਰਦਿਆਂ ਜਦੋਂ ਮੌਤ ਆਈ, ਜੀਵਨ ਦਾ ਅੰਤ ਆਇਆ। ਹਰ ਰੰਗ ਦਾ ਮਤਲਬ ਹਰੀ ਦੇ ਪਿਆਰ ਵਿੱਚ, ਤੇ ਮਰਿਆ ਤਾਂ ਉਦੋਂ ਵੀ ਹਰੀ ਦੇ ਪਿਆਰ ਵਿੱਚ। ਯਾਨੀ ਜੀਵਨ ਦੇ ਸ਼ੁਰੂ ਤੋਂ ਲੈ ਕੇ ਜੀਵਨ ਦੇ ਅਖੀਰ ਤੱਕ ਸਾਰੀ ਜ਼ਿੰਦਗੀ ਜੋ ਰੱਬੀ ਗੁਣਾਂ ਨੂੰ ਚੇਤੇ ਵਿੱਚ ਰੱਖਦਾ ਰਿਹਾ, ਔਰ ਜਿਸਨੇ ਆਪਣੀ ਸੁਰਤ ਨੂੰ, ਸੂਝ ਨੂੰ, ਸਮਝ ਨੂੰ ਰੱਬੀ ਗੁਣਾਂ ਦੇ ਵਿੱਚ ਰੰਗੀ ਰੱਖਿਆ, ਪ੍ਰਭੂ ਦੀ ਪ੍ਰੀਤ ਵਿੱਚ ਰਿਹਾ, ਯਾਨੀ ਰੱਬੀ ਗੁਣਾਂ ਦੇ ਪਿਆਰ ਵਿੱਚ ਜੀਵਨ ਸਾਰੇ ਦਾ ਸਾਰਾ ਬਿਤਾਇਆ। ਜਨਮ ਪਦਾਰਥ ਤਾਰਿਆ, ਨਾਨਕ ਸਾਧੂ ਸੰਗ। ਸਾਧੂ ਸੰਗ ਦਾ ਮਤਲਬ ਗੁਰੂ ਦੀ ਸ਼ਰਨ ਵਿੱਚ ਰਹਿ ਕੇ। ਪਦਾਰਥ ਦਾ ਮਤਲਬ ਕੀਮਤੀ ਚੀਜ਼, ਅਮੋਲਕ ਸ਼ੈ। ਤਾਰਿਆ ਦਾ ਮਤਲਬ ਤਾਰ ਲਿਆ, ਡੁੱਬਣ ਨਹੀਂ ਦਿੱਤਾ। ਤਾਂ ਉਸ ਮਨੁੱਖ ਨੇ ਜੀਵਨ ਰੂਪ ਅਮੁੱਲਕ ਚੀਜ਼ ਨੂੰ ਸੰਸਾਰ ਸਮੁੰਦਰ ਵਿੱਚ ਰੁੜਨ ਤੋਂ ਬਚਾ ਲਿਆ, ਡੁੱਬਣ ਤੋਂ ਬਚਾ ਲਿਆ। ਜਿਹੜੀ ਅਮੋਲਕ ਚੀਜ਼ ਸੀ ਉਹਨੂੰ ਬਚਾ ਲਿਆ। ਹੁਣ ਦੇਖੋ, ਹੜ੍ਹ ਆਇਆ ਹੋਏ ਤੇ ਹੜ੍ਹ ਆਉਣ ਦੇ ਨਾਲ ਕਿਸੇ ਦਾ ਘਰ ਰੁੜ ਜਾਏ ਔਰ ਸਾਰਾ ਕੁਝ ਰੁੜ ਜਾਏ, ਕੁਝ ਵੀ ਨਾ ਬਚਾ ਪਾਏ, ਤਾਂ ਕਿੰਨਾ ਦੁਖਾਂਤ ਹੈ ਨਾ। ਤੇ ਇੱਕ ਮਨੁੱਖ ਉਹ ਹੈ ਕਿ ਉਹ ਆਪਣਾ ਸਾਰਾ ਕੁਝ ਬਚਾ ਲਵੇ, ਤਾਂ ਮਹਾਨ ਹੈ ਨਾ ਮਨੁੱਖ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਇਨਸਾਨ ਰੱਬੀ ਗੁਣਾਂ ਦੀ ਪ੍ਰੀਤ ਵਿੱਚ ਜ਼ਿੰਦਗੀ ਜੀਂਦਾ ਹੈ, ਜੋ ਆਪਣੇ ਚੇਤੇ ਵਿੱਚ ਹਮੇਸ਼ਾ ਰੱਬੀ ਗੁਣਾਂ ਨੂੰ ਵਸਾਉਂਦਾ ਹੈ, ਉਹ ਆਪਣੇ ਇਸ ਅਮੁੱਲਕ ਜੀਵਨ ਨੂੰ ਵਿਕਾਰਾਂ ਵਿੱਚ ਰੁੜਨ ਤੋਂ ਬਚਾ ਲੈਂਦਾ ਹੈ। ਉਹਦੀ ਸੋਚ ਵਿਕਾਰਾਂ ਵਿੱਚ ਨਹੀਂ ਰੁੜਦੀ। ਉਹ ਆਪਣੇ ਇਸ ਜੀਵਨ ਨੂੰ ਐਵੇਂ ਬਰਬਾਦ ਔਰ ਅਜਾਈ ਨਹੀਂ ਰੁੜਨ ਦਿੰਦਾ। ਉਹ ਆਪਣੇ ਜੀਵਨ ਨੂੰ ਵਿਕਾਰਾਂ ਵਿੱਚ ਰੁੜਨ ਤੋਂ ਬਚਾ ਲੈਂਦਾ ਹੈ, ਸ਼ੁਭ ਗੁਣਾਂ ਵਾਲੀ ਜ਼ਿੰਦਗੀ ਜੀਂਦਾ ਹੈ, ਔਰ ਆਪ ਵੀ ਸੁਖੀ ਔਰ ਸ਼ਾਂਤ ਰਹਿੰਦਾ ਹੈ, ਤੇ ਸੰਸਾਰ ਅੰਦਰ ਵੀ ਸੁਖ ਔਰ ਸ਼ਾਂਤੀ ਦਾ ਕਾਰਨ ਬਣਦਾ ਹੈ। ਤਾਂ ਸਾਨੂੰ ਇੱਥੇ ਸਿੱਖਿਆ ਦਿੱਤੀ ਜਾ ਰਹੀ ਹੈ ਕਿ ਅਸੀਂ ਆਪਣੇ ਜੀਵਨ ਨੂੰ ਅਜਾਈ ਵਿਕਾਰਾਂ ਦੇ ਵਿੱਚ ਨਾ ਰੋੜੀਏ, ਸਗੋਂ ਵਿਕਾਰਾਂ ਦੇ ਅੰਦਰ ਰੁੜਨ ਤੋਂ ਆਪਣੇ ਇਸ ਜੀਵਨ ਨੂੰ ਬਚਾਈਏ ਔਰ ਜੀਵਨ ਨੂੰ ਚੰਗਾ ਬਣਾਉਣ ਦਾ ਯਤਨ ਕਰੀਏ। ਪੌੜੀ। ਆਦ ਜੁਗਾਦੀ ਆਪ ਰੱਖਣ ਵਾਲਿਆ। ਰੱਖਣ ਵਾਲਿਆ ਦਾ ਮਤਲਬ ਰਾਖੀ ਕਰਨ ਵਾਲਾ। ਮੁੱਢ ਕਦੀਮ ਔਰ ਪੂਰਬਲੇ ਸਮੇਂ ਤੋਂ, ਸ਼ੁਰੂ ਤੋਂ ਲੈ ਕੇ ਜਦੋਂ ਤੋਂ ਜਗਤ ਰਚਨਾ ਸ਼ੁਰੂ ਹੋਈ ਹੈ, ਪ੍ਰਭੂ ਆਪ ਹੀ ਰਾਖੀ ਕਰਨ ਵਾਲਾ ਹੈ। ਯਾਨੀ ਉਸ ਰੱਬੀ ਹੁਕਮ ਦੇ ਅੰਦਰ ਸਾਰਿਆਂ ਦੀ ਰੱਖਿਆ ਹੋ ਰਹੀ ਹੈ, ਔਰ ਸੰਸਾਰ ਦੇ ਆਦ ਤੋਂ ਲੈ ਕੇ ਜਦੋਂ ਤੋਂ ਵੀ ਮਨੁੱਖ ਹੋਂਦ ਵਿੱਚ ਆਇਆ ਹੈ, ਜੋ ਪ੍ਰਭੂ ਦੇ ਚਰਨਾਂ ਦੀ ਸ਼ਰਨ ਵਿੱਚ ਨੇ, ਉਹਨਾਂ ਦੇ ਆਤਮਿਕ ਜੀਵਨ ਦੀ ਰਾਖੀ ਕਰਨ ਵਾਲਾ ਹੈ। ਜੋ ਵੀ ਰੱਬੀ ਸ਼ਰਨ ਵਿੱਚ ਜਾਂਦਾ ਹੈ, ਉਹਦੇ ਆਤਮਿਕ ਜੀਵਨ ਦੀ ਰਾਖੀ ਹੁੰਦੀ ਹੈ। ਉਹਦੀ ਆਤਮਿਕ ਮੌਤ ਉਹਨੂੰ ਪੁੰਦੀ ਨਹੀਂ, ਵਿਕਾਰ ਦੁੱਖ ਉਹਦੇ ਨਜ਼ਦੀਕ ਨਹੀਂ ਆਉਂਦੀਆਂ। ਤਾਂ ਆਤਮਿਕ ਜੀਵਨ ਦੀ ਰਾਖੀ ਕਰਨ ਵਾਲਾ ਹੈ। ਔਰ ਵੈਸੇ ਵੀ ਸੰਸਾਰ ਦੀ ਜਿੰਨੀ ਵੀ ਪਾਲਣਾ ਹੋ ਰਹੀ ਹੈ, ਰੱਬੀ ਹੁਕਮ ਵਿੱਚ ਹੋ ਰਹੀ ਹੈ। ਹਰ ਜੀਵ ਜੰਤ ਦੀ ਸ੍ਰਿਸ਼ਟੀ ਦੇ ਆਦ ਤੋਂ ਲੈ ਕੇ ਇਸ ਸਮੇਂ ਵੀ, ਆਉਣ ਵਾਲੇ ਸਮੇਂ ਵਿੱਚ ਵੀ ਰਾਖੀ ਕਰਨ ਵਾਲਾ ਇੱਕੋ ਹੀ ਹੈ। ਸੱਚ ਨਾਮ ਕਰਤਾਰ, ਸੱਚ ਪਸਾਰਿਆ। ਸੱਚ ਦਾ ਮਤਲਬ ਸਦਾ ਥਿਰ ਰਹਿਣ ਵਾਲਾ। ਪਸਾਰਿਆ ਦਾ ਮਤਲਬ ਪਸਰਿਆ ਹੋਇਆ ਹੈ। ਨਾਮ ਦਾ ਮਤਲਬ ਹੁਕਮ। ਜੋ ਕਰਤਾਰ ਦਾ ਸੱਚਾ ਨਾਮ ਹੈ, ਕਰਤਾਰ ਆਪ ਵੀ ਸੱਚ ਹੈ ਔਰ ਉਹਦਾ ਹੁਕਮ ਵੀ ਸੱਚ। ਆਪ ਵੀ ਸਦਾ ਥਿਰ ਰਹਿਣ ਵਾਲਾ ਹੈ, ਰੱਬੀ ਹੁਕਮ ਵੀ ਸਦਾ ਰਹਿਣ ਵਾਲਾ ਹੈ। ਸੱਚ ਪਸਾਰਿਆ ਦਾ ਮਤਲਬ ਉਹਨੇ ਸੱਚ ਹੀ ਚਾਰ ਚੁਫੇਰੇ ਪਸਾਰਿਆ ਹੋਇਆ ਹੈ। ਆਪਣਾ ਆਪਾ ਹੀ ਉਹਨੇ ਚਾਰ ਚੁਫੇਰੇ ਪਸਾਰਿਆ ਹੋਇਆ ਹੈ। ਕੋਈ ਵੀ ਥਾਂ ਐਸੀ ਨਹੀਂ ਜਿੱਥੇ ਸੱਚ ਨਾ ਹੋਵੇ, ਕੋਈ ਵੀ ਥਾਂ ਐਸੀ ਨਹੀਂ ਜਿੱਥੇ ਰੱਬ ਨਾ ਹੋਵੇ, ਕੋਈ ਵੀ ਥਾਂ ਐਸੀ ਨਹੀਂ ਜਿੱਥੇ ਰੱਬ ਦਾ ਹੁਕਮ ਨਾ ਹੋਵੇ, ਜਾਂ ਰੱਬੀ ਹੁਕਮ ਤੋਂ ਬਾਹਰ ਕੁਝ ਹੋ ਸਕਦਾ ਹੋਵੇ। ਕੋਈ ਇੱਕ ਵੀ ਜਗ੍ਹਾ ਐਸੀ ਨਹੀਂ ਜਿੱਥੇ ਹੁਕਮ ਤੋਂ ਬਾਹਰ ਕੁਝ ਹੋ ਸਕਦਾ ਹੋ। ਕਰਤਾਰ ਸੱਚ ਹੈ, ਕਰਤਾਰ ਦਾ ਹੁਕਮ ਸੱਚ ਹੈ, ਤੇ ਸੱਚ ਹੀ ਚਾਰ ਚੁਫੇਰੇ ਪਸਰਿਆ ਹੋਇਆ ਹੈ। ਯਾਨੀ ਪ੍ਰਭੂ ਨੇ ਆਪਣਾ ਆਪਾ ਹੀ ਚਾਰ ਚੁਫੇਰੇ ਪਸਾਰਿਆ ਹੋਇਆ ਹੈ। ਆ ਦਿਸਦਾ ਬ੍ਰਹਿਮੰਡ, ਦਿਸਦਾ ਜਗਤ, ਇਹ ਰੱਬ ਦਾ ਹੀ ਰੂਪ ਹੈ। ਰੱਬ ਇਸ ਸੰਸਾਰ ਦੇ ਨਾਲੋਂ ਵੱਖਰਾ ਨਹੀਂ ਹੈ, ਤਾਣੇ ਪੇਟੇ ਦੀ ਤਰ੍ਹਾਂ ਇਹਦੇ ਵਿੱਚ ਹੀ ਸਮਾਇਆ ਹੋਇਆ। ਊਣਾ ਕਹੀਂ ਨਾ ਹੋਏ, ਘਟੇ ਘਟ ਸਾਰਿਆ। ਇਹਨੂੰ ਕਹੀਂ ਨਹੀਂ ਪੜਨਾ। ਜੇ ਕਹੀਂ ਪੜਾਂਗੇ ਤੇ ਕਹੀਂ ਦਾ ਮਤਲਬ ਹੋ ਜਾਏਗਾ ਆਖੀ ਹੋਈ ਗੱਲ। ਜਿਵੇਂ ਹਿੰਦੀ ਵਿੱਚ ਕਹਿੰਦੇ ਨੇ, ਮੈਨੇ ਇਹ ਬਾਤ ਕਹੀ ਥੀ। ਕਹੀ ਦਾ ਮਤਲਬ ਆਖੀ। ਇਹਨੂੰ ਪੜਨਾ ਹੈ ਕਹੀਂ।
कहीं दा मतलब किते भी, ऊना कहीं ना होए, ऊना दा मतलब घट खाली, सारिया दा मतलब संभाल करदा है। ऊना कहीं ना होए, कोई थां ਉਹਦੇ ਤੋਂ ਖਾਲੀ ਨਹੀਂ ਹੈ। ਕੋਈ ਇੱਕ ਜਗ੍ਹਾ ਐਸੀ ਨਹੀਂ ਕਿ ਉੱਥੇ ਰੱਬ ਨਾ ਹੋਵੇ, ਅਸੀਂ ਕਹਿ ਦਈਏ ਕਿ ਇਹ ਜਗ੍ਹਾ ਖਾਲੀ ਹੈ, ਇੱਥੇ ਰੱਬ ਨਹੀਂ। ਊਣਾ ਕਹੀਂ ਨਾ ਹੋਏ, ਕਿਤੇ ਵੀ ਖਾਲੀ ਨਹੀਂ ਹੈ, ਕਿਤੇ ਵੀ ਘਟ ਨਹੀਂ ਹੈ। ਘਟੇ ਘਟ ਸਾਰਿਆਂ ਦਿਲਾਂ ਦੇ ਅੰਦਰ ਪਰਿਪੂਰਨ ਹੈ। ਸਾਰਿਆਂ ਦਿਲਾਂ ਦੇ ਅੰਦਰ, ਸਾਰਿਆਂ ਹਿਰਦਿਆਂ ਦੇ ਅੰਦਰ, ਸਭ ਥਾਵਾਂ ਦੇ ਵਿੱਚ ਮੌਜੂਦ ਹੈ। ਉਹਦੇ ਤੋਂ ਖਾਲੀ ਕੋਈ ਵੀ ਥਾਂ ਨਹੀਂ ਹੈ। ਹਰ ਇੱਕ ਦੇ ਅੰਦਰ, ਹਰ ਥਾਂ ਤੇ, ਹਰ ਸਮੇਂ ਮੌਜੂਦ ਹੈ। ਦੇਖੋ ਕਿੰਨੇ ਸਾਫ਼ ਲਫ਼ਜ਼ਾਂ ਦੇ ਅੰਦਰ ਗੁਰਦੇਵ ਪਾਤਸ਼ਾਹ ਜੀ ਨੇ ਮਨੁੱਖ ਮਾਤਰ ਨੂੰ ਸਮਝਾਇਆ ਹੈ ਕਿ ਰੱਬ ਕਿਤੇ ਲੁਕਿਆ ਹੋਇਆ ਨਹੀਂ, ਰੱਬ ਕਿਤੇ ਗਿਆ ਹੋਇਆ ਨਹੀਂ, ਰੱਬ ਕਿਤੇ ਦੂਰ ਨਹੀਂ। ਉਹ ਤਾਂ ਹਰ ਥਾਂ ਦੇ ਉੱਤੇ ਪਰਿਪੂਰਨ ਹੈ। ਕੋਈ ਵੀ ਥਾਂ, ਕੋਈ ਵੀ ਇਨਸਾਨ ਐਸਾ ਨਹੀਂ ਜਿੱਥੇ ਰੱਬ ਨਾ ਹੋਵੇ। ਗੱਲ ਤਾਂ ਉਹਨੂੰ ਅਨੁਭਵ ਕਰਨ ਦੀ ਹੈ, ਗੱਲ ਤਾਂ ਇਹਨੂੰ ਮੰਨਣ ਦੀ ਹੈ। ਮਿਹਰਬਾਨ ਸਮਰੱਥ ਆਪੇ ਹੀ ਘਾਲਿਆ। ਆਪੇ ਹੀ ਘਾਲਿਆ ਦਾ ਮਤਲਬ ਆਪ ਹੀ ਘਾਲ ਕਮਾਈ ਕਰਾਂਦਾ ਹੈ। ਮਿਹਰਬਾਨ ਦਾ ਮਤਲਬ ਰਹਿਮਤ ਕਰਨ ਵਾਲਾ ਹੈ। ਸਮਰੱਥ ਤੋਂ ਭਾਵ ਸਭ ਕੁਝ ਕਰਨ ਜੋਗਾ ਹੈ, ਸਰਬ ਸ਼ਕਤੀਮਾਨ ਹੈ। ਤਾਂ ਸਭ ਜੀਵਾਂ ਤੇ ਮਿਹਰ ਕਰਦਾ ਹੈ, ਸਭ ਕੁਝ ਕਰਨ ਜੋਗਾ ਹੈ, ਔਰ ਆਪ ਹੀ ਜੀਵਾਂ ਤੋਂ ਘਾਲ ਕਮਾਈ ਕਰਾਂਦਾ ਹੈ। ਭਾਵ ਜਿੰਨੀ ਵੀ ਅਸੀਂ ਆ ਜ਼ਿੰਦਗੀ ਜੀ ਰਹੇ ਹਾਂ, ਇਹ ਰੱਬੀ ਹੁਕਮ ਦੇ ਵਿੱਚ ਹੀ ਜੀ ਰਹੇ ਹਾਂ, ਸਿਸਟਮ ਦੇ ਅੰਦਰ ਜੀ ਰਹੇ ਹਾਂ। ਸਿਸਟਮ ਤੋਂ ਬਾਹਰ ਅਸੀਂ ਸਾਹ ਵੀ ਨਹੀਂ ਲੈ ਸਕਦੇ, ਇੱਕ ਸਵਾਸ ਵੀ ਨਹੀਂ ਲੈ ਸਕਦੇ। ਸਿਸਟਮ ਤੋਂ ਬਾਹਰ ਅਸੀਂ ਆਪਣਾ ਹੱਥ ਪੈਰ ਵੀ ਨਹੀਂ ਹਿਲਾ ਸਕਦੇ। ਕਹਿਣ ਮੁਰਾਦ ਕਿ ਮਿਹਰਬਾਨ ਹੈ, ਸਰਬ ਸ਼ਕਤੀਮਾਨ ਹੈ, ਔਰ ਆਪਣੇ ਹੁਕਮ ਦੇ ਅੰਦਰ ਸਭ ਜੀਵਾਂ ਤੋਂ ਕਾਰ ਕਰਾ ਰਿਹਾ ਹੈ। ਤਾਂ ਇੱਥੇ ਸਮਝ ਲੈਣਾ ਚਾਹੀਦਾ ਕਿ ਰੱਬ ਨੂੰ ਮਿਹਰਬਾਨ ਕਹਿ ਰਹੇ ਨੇ। ਉਹ ਸਿਰਫ ਮਿਹਰਬਾਨ ਹੈ, ਕਹਿਰ ਕਰਨ ਵਾਲਾ ਨਹੀਂ ਹੈ। ਮਿਹਰ ਹੀ ਕਰਦਾ ਹੈ, ਹਰ ਵਕਤ ਕਰ ਰਿਹਾ ਹੈ। ਔਰ ਕੋਈ ਵੀ ਥਾਂ ਐਸਾ ਨਹੀਂ ਜਿੱਥੇ ਉਹਦੀ ਰਹਿਮਤ, ਉਹਦੀ ਬਰਸਾਤ, ਰਹਿਮਤ ਦੀ ਨਾ ਬਰਸ ਰਹੀ ਹੋਵੇ। ਸੁੱਖਾਂ ਦੀ, ਗੁਣਾਂ ਦੀ, ਕਿਉਂਕਿ ਅਸੀਂ ਸੁੱਖਾਂ ਨੂੰ ਹੀ ਰਹਿਮਤ ਸਮਝਦੇ ਹਾਂ, ਗੁਣਾਂ ਨੂੰ ਹੀ ਰਹਿਮਤ ਸਮਝਦੇ ਹਾਂ। ਤਾਂ ਹਰ ਥਾਂ ਦੇ ਉੱਤੇ ਸੁੱਖ ਔਰ ਗੁਣਾਂ ਦੀ ਬਰਸਾਤ ਹੋ ਰਹੀ ਹੈ। ਹਰ ਥਾਂ ਤੇ ਹੋ ਰਹੀ ਹੈ, ਹਰ ਇੱਕ ਦੇ ਅੰਦਰ ਹੋ ਰਹੀ ਹੈ। ਹਰ ਇੱਕ ਦੇ ਅੰਦਰ ਭੰਡਾਰੇ ਭਰੇ ਪਏ। ਹੁਣ ਇਹ ਗੱਲ ਮਰਜ਼ੀ ਆਪਣੀ ਬੰਦੇ ਦੀ ਕਿ ਉਹਨਾਂ ਗੁਣਾਂ ਨੂੰ ਯੂਜ਼ ਕਰੇ ਹੀ ਨਾ, ਉਹ ਸੁੱਖ ਨੂੰ ਮਾਣੇ ਹੀ ਨਾ। ਜਿਵੇਂ ਆਪਾਂ ਰੋਜ਼ ਬੇਨਤੀ ਕਰ ਰਹੇ ਹਾਂ ਕਿ ਸੱਚ, ਆਦਿਕ, ਦਇਆ, ਧਰਮ, ਇਹ ਗੁਣ ਸਾਰਿਆਂ ਦੇ ਅੰਦਰ ਮੌਜੂਦ ਨੇ, ਹਰ ਵਕਤ ਮੌਜੂਦ ਨੇ। ਇਹ ਸਾਡੀ ਪ੍ਰੋਬਲਮ ਹੈ ਕਿ ਅਸੀਂ ਇਹਨਾਂ ਨੂੰ ਯੂਜ਼ ਨਹੀਂ ਕਰਦੇ। ਖੁਸ਼ੀ ਹਰ ਥਾਂ ਤੇ ਹੈ। ਇਹ ਗੱਲ ਵੱਖਰੀ ਕਿ ਅਸੀਂ ਮੁਸਕਰਾਉਂਦੇ ਨਹੀਂ ਤੇ ਤਿਊੜੀਆਂ ਪਾਈ ਰੱਖਦੇ ਆ ਆਪਣੇ ਮੱਥੇ ਤੇ, ਸਾਡੀ ਪ੍ਰੋਬਲਮ ਹੈ। ਕੁਦਰਤ ਦੀ ਕੋਈ ਪ੍ਰੋਬਲਮ ਨਹੀਂ ਹੈ। ਤੁਸੀਂ ਮੁਸਕਰਾਓ ਤੇ ਮੁਸਕਰਾ ਸਕਦੇ ਹੋ, ਹੱਸੋ ਤੇ ਹੱਸ ਸਕਦੇ ਹੋ। ਹਰ ਥਾਂ ਤੇ ਖੁਸ਼ੀਆਂ ਨੇ, ਹਰ ਥਾਂ ਤੇ ਰਹਿਮਤਾਂ ਦੀ ਬਰਸਾਤ ਹੋ ਰਹੀ ਹੈ, ਪਰ ਅਸੀਂ ਖੁਦ ਉਹਦੇ ਤੋਂ ਵਾਂਝੇ ਰਹਿੰਦੇ ਹਾਂ। ਇਹ ਸਾਡੀ ਪ੍ਰੋਬਲਮ ਹੈ। ਜਿਨ ਮਨ ਉਠਾ ਆਪ ਸੇ ਸਦਾ ਸੁਖਾਲਿਆ। ਉਠਾ ਦਾ ਮਤਲਬ ਵਸ ਗਿਆ। ਜਿਨ੍ਹਾਂ ਦੇ ਮਨ ਵਿੱਚ ਆਪ ਆ ਵਸਦਾ ਹੈ, ਉਹ ਲੋਕ ਹਮੇਸ਼ਾ ਸੁਖੀ ਰਹਿੰਦੇ। ਸੇ ਸਦਾ ਸੁਖਾਲਿਆ, ਉਹ ਸਦਾ ਹੀ ਸੁਖੀ ਨੇ। ਬੀਤ ਗਏ ਸਮੇਂ ਵਿੱਚ ਵੀ ਉਹ ਸੁਖੀ ਸਨ, ਅੱਜ ਵੀ ਉਹ ਸੁਖੀ ਨੇ, ਔਰ ਆਉਣ ਵਾਲੇ ਸਮੇਂ ਦੇ ਅੰਦਰ ਵੀ ਉਹ ਸੁਖੀ ਨੇ। ਕੌਣ? ਜਿਨ੍ਹਾਂ ਦੇ ਮਨ ਦੇ ਅੰਦਰ ਪ੍ਰਭੂ ਆਪ ਵਸ ਗਿਆ। ਹੁਣ ਮਨ ਵਿੱਚ ਵਸ ਗਿਆ ਦਾ ਮਤਲਬ ਜਿਨ੍ਹਾਂ ਨੇ ਆਪਣੀ ਸੋਚ ਦੇ ਅੰਦਰ ਉਸ ਪ੍ਰਭੂ ਦੇ ਗੁਣਾਂ ਨੂੰ ਵਸਾ ਲਿਆ, ਔਰ ਜਿਨ੍ਹਾਂ ਨੇ ਆਪਣੀ ਸੋਚ ਵਿੱਚ ਗੁਣਾਂ ਨੂੰ ਵਸਾ ਕੇ ਉਹਨਾਂ ਨੂੰ ਇੰਪਲੀਮੈਂਟ ਕੀਤਾ, ਉਹ ਸਦਾ ਸੁਖੀ ਨੇ। ਸਾਡੇ ਮਨ ਦੇ ਅੰਦਰ ਕੀ ਵਸਦਾ ਹੈ, ਇਹ ਵੇਖਣ ਵਾਲੀ ਚੀਜ਼ ਹੈ। ਜਿਵੇਂ ਮੈਂ ਪਹਿਲਾਂ ਕਈ ਵਾਰ ਬੇਨਤੀ ਕੀਤੀ ਹੈ ਕਿ 24 ਘੰਟਿਆਂ ਦੇ ਅੰਦਰ ਸਾਡੇ ਮਨ ਵਿੱਚ ਕਰੀਬ 60,000 ਵਿਚਾਰ ਆਉਂਦੇ ਨੇ ਲਗਭਗ। ਕਿ ਉਹ 60,000 ਵਿਚਾਰ ਆ ਰਹੇ ਨੇ, ਉਹ ਕੈਸੇ ਨੇ? ਜੇ ਤਾਂ ਪਰਉਪਕਾਰ ਵਾਲੇ ਨੇ, ਦਇਆ ਵਾਲੇ ਨੇ, ਮੁਹੱਬਤ ਵਾਲੇ ਨੇ, ਪਿਆਰ ਵਾਲੇ ਨੇ, ਤਾਂ ਅਸੀਂ ਸੁਖੀ ਔਰ ਸ਼ਾਂਤ ਆ। ਇਹਦਾ ਮਤਲਬ ਇਹ ਰੱਬੀ ਗੁਣ ਨੇ ਸਾਡੇ ਮਨ ਵਿੱਚ ਇਹ ਵਸੇ ਨੇ, ਐਸੇ ਲੋਕ ਹਮੇਸ਼ਾ ਸੁਖੀ ਨੇ। ਤੇ ਜੇ ਮਨ ਦੇ ਅੰਦਰ ਈਰਖਾ ਹੈ, ਵੈਰ ਹੈ, ਵਿਰੋਧ ਹੈ, ਹੰਕਾਰ ਹੈ, ਫਰੇਬ ਨੇ, ਝੂਠ ਨੇ, ਚਲਾਕੀਆਂ ਨੇ, ਤਾਂ ਇਹਦਾ ਮਤਲਬ ਸਾਡੇ ਮਨ ਵਿੱਚ ਰੱਬ ਨਹੀਂ ਵਸਿਆ ਹੋਇਆ। ਫਿਰ ਅਸੀਂ ਦੁਖੀ ਹਾਂ। ਹੁਣ ਇਹ ਸਾਡੇ ਤੇ ਡਿਪੈਂਡ ਕਰੇਗਾ ਕਿ ਅਸੀਂ ਆਪਣੇ ਮਨ ਵਿੱਚ ਕਿਹਨੂੰ ਵਸਾਇਆ ਹੈ।
ਈਰਖਾ ਦ્વੈਸ਼ ਵੈਰ ਵਿਰੋਧ ਨੂੰ, ਤਾਂ ਇਹਦਾ ਮਤਲਬ ਸਾਡੇ ਵਿੱਚ ਰੱਬ ਨਹੀਂ ਵਸਿਆ। ਤੇ ਜੇ ਅਸੀਂ ਆਪਣੇ ਮਨ ਦੇ ਅੰਦਰ ਸਤ ਸੰਤੋਖ ਦਇਆ ਧਰਮ ਨੂੰ ਵਸਾਇਆ ਹੈ, ਫਿਰ ਅਸੀਂ ਖੁਸ਼ ਹਾਂ, ਪੋਜ਼ਿਟਿਵ ਹਾਂ, ਇਹਦਾ ਮਤਲਬ ਸਾਡੇ ਅੰਦਰ ਰੱਬ ਵਸਿਆ ਹੈ। ਤਾਂ ਜਿਨ੍ਹਾਂ ਦੇ ਅੰਦਰ ਰੱਬੀ ਗੁਣ ਰੱਬ ਵਸ ਜਾਂਦੇ ਨੇ, ਇਹ ਰੱਬ ਵਸ ਜਾਂਦਾ ਹੈ, ਜੋ ਆਪਣੀ ਸੋਚ ਨੂੰ ਰੱਬ ਦੇ ਵਿੱਚ ਲੀਨ ਕਰ ਦਿੰਦੇ ਨੇ, ਉਹ ਸਦਾ ਹੀ ਸੁਖੀ ਨੇ, ਉਹ ਸੁਖਾਂ ਦੇ ਘਰ ਬਣ ਜਾਂਦੇ। ਆਪੇ ਰਚਨ ਰਚਾਏ ਆਪੇ ਹੀ ਪਾਲਿਆ, ਆਪ ਹੀ ਜਗਤ ਪੈਦਾ ਕਰਕੇ ਆਪ ਹੀ ਇਹਦੀ ਪਾਲਣਾ ਕਰ ਰਿਹਾ ਹੈ। ਹੁਣ ਪਾਲਣਾ ਕਿਵੇਂ ਕਰ ਰਿਹਾ ਹੈ? ਇਹਦਾ ਮਤਲਬ ਇਹ ਤੇ ਨਹੀਂ ਕਿ ਰੱਬ ਸਾਨੂੰ ਚੁੱਕ ਚੁੱਕ ਕੇ ਖਿਡਾਉਂਦਾ ਹੈ ਜਾਂ ਸਾਡੇ ਮੂੰਹ ਦੇ ਵਿੱਚ ਨਿੱਪਲ ਲਾਉਂਦਾ ਹੈ, ਐਵੇਂ ਤੇ ਨਹੀਂ। ਲੇਕਿਨ ਸਿਸਟਮ ਦੇ ਅੰਦਰ ਪਾਲਣਾ ਹੋ ਰਹੀ ਹੈ ਸਾਰਿਆਂ ਦੀ। ਜੋ ਵੀ ਜਗਤ ਦੇ ਅੰਦਰ ਪੈਦਾ ਹੋ ਰਿਹਾ ਹੈ, ਉਹ ਰੱਬੀ ਰਜ਼ਾ ਵਿੱਚ ਪੈਦਾ ਹੋ ਰਿਹਾ ਹੈ। ਉਹਦੇ ਖਾਣ ਪੀਣ ਦਾ, ਜੀਵਨ ਦਾ ਜੋ ਵੀ ਢੰਗ ਹੈ, ਉਹ ਇਸ ਕੁਦਰਤ ਦੇ ਅੰਦਰ ਬਣਿਆ ਹੋਇਆ ਹੈ, ਉਸੇ ਤਰ੍ਹਾਂ ਸਾਰਿਆਂ ਦੀ ਪਾਲਣਾ ਹੋਈ ਜਾ ਰਹੀ ਹੈ। ਤੇ ਜਿਹੜੇ ਉਹਦੇ ਗੁਣਾਂ ਦੇ ਨਾਲ ਜੁੜਦੇ ਨੇ, ਉਹਨਾਂ ਦੇ ਆਤਮਿਕ ਜੀਵਨ ਦੀ ਵੀ ਪਾਲਣਾ ਹੁੰਦੀ ਹੈ। ਉਹ ਆਤਮਿਕ ਮੌਤ ਤੇ ਨਹੀਂ ਮਰਦੇ। ਜਿਵੇਂ ਸਾਨੂੰ ਸਰੀਰਕ ਤੌਰ ਤੇ ਖੁਰਾਕ ਮਿਲ ਰਹੀ ਹੈ, ਹਵਾ ਹੈ, ਪਾਣੀ ਹੈ, ਅੰਨ ਜਲ ਵਗੈਰਾ ਜੋ ਚਾਹੀਦਾ ਮਿਲ ਹੀ ਜਾ ਰਿਹਾ ਹੈ, ਅਸੀਂ ਉਦਮ ਕਰਕੇ ਪ੍ਰਾਪਤ ਕਰ ਰਹੇ ਹਾਂ। ਸੰਸਾਰ ਦੇ ਅੰਦਰ ਇਹ ਸਾਧਨ ਮੌਜੂਦ ਨੇ ਤੇ ਸਰੀਰਕ ਪਾਲਣਾ ਹੋ ਰਹੀ ਹੈ। ਤੇ ਜੇ ਅਸੀਂ ਉਦਮ ਕਰਕੇ ਰੱਬੇ ਗੁਣਾਂ ਦੇ ਨਾਲ ਜੁੜ ਜਾਈਏ ਤਾਂ ਸਾਡੀ ਆਤਮਿਕ ਪਾਲਣਾ ਵੀ ਹੋਏਗੀ, ਸਾਡਾ ਆਤਮਿਕ ਜੀਵਨ ਵੀ ਪਲਰੇਗਾ, ਫੁੱਲੇਗਾ, ਵਧੇਗਾ, ਆਨੰਦ ਪੈਦਾ ਹੋਏਗਾ, ਖੁਸ਼ੀਆਂ ਸਾਡੇ ਅੰਦਰ ਆਉਣਗੀਆਂ। ਸਾਡੇ ਆਤਮਿਕ ਜੀਵਨ ਦੀ ਵੀ ਪਾਲਣਾ ਹੋਏਗੀ। ਜੇ ਅਸੀਂ ਰੱਬੀ ਗੁਣਾਂ ਦੇ ਨਾਲ ਜੁੜੇ ਰਹਾਂਗੇ ਤਾਂ ਉਹ ਆਪ ਹੀ ਪਾਲਣਾ ਕਰਨ ਵਾਲਾ ਹੈ। ਸਭ ਕੁਛ ਆਪੇ ਆਪ ਬੇਅੰਤ ਅਪਾਰਿਆ। ਅਪਾਰਿਆ ਦਾ ਮਤਲਬ ਪਾਰ ਤੋਂ ਰਹਿਤ, ਜਿਹਦਾ ਪਾਰ ਨਹੀਂ ਪਾਇਆ ਜਾਂਦਾ, ਜਿਹਦਾ ਇਹ ਨਹੀਂ ਪਤਾ ਵੀ ਪਹਿਲਾ ਕਿਨਾਰਾ ਸ਼ੁਰੂਆਤ ਕਿੱਥੇ ਹੈ ਔਰ ਅੰਤ ਕਿੱਥੇ ਹੈ, ਨਾ ਉਰਲਾ ਪਾਸਾ ਨਾ ਪਰਲਾ ਪਾਸਾ, ਪਾਰ ਤੋਂ ਰਹਿਤ। ਬੇਅੰਤ ਦਾ ਮਤਲਬ ਅੰਤ ਤੋਂ ਰਹਿਤ। ਉਹ ਬੇਅੰਤ ਹੈ, ਅਪਾਰ ਹੈ, ਤੇ ਨਾਲ ਕਹਿ ਰਹੇ ਨੇ ਸਭ ਕੁਛ ਆਪੇ ਆਪ, ਸਭ ਕੁਛ ਆਪ ਹੀ ਆਪ, ਸਭ ਕੁਛ ਆਪੇ ਆਪ, ਵੀ ਸਭ ਕੁਛ ਉਹ ਆਪ ਹੀ ਆਪ ਹੈ, ਉਹਦੇ ਤੋਂ ਬਿਨਾਂ ਕੁਛ ਹੈ ਹੀ ਨਹੀਂ ਹੈ। ਰੋਜ਼ ਆਪਾਂ ਇਹ ਸ਼ਬਦ ਪੜ੍ਹਦੇ ਆ ਨਾ ਗੁਰੂ ਜੀ ਦੇ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਸਭ ਕੁਛ ਉਹ ਆਪ ਹੀ ਆਪ ਬਣਿਆ ਹੋਇਆ ਹੈ। ਜਿਵੇਂ ਇੱਕ ਬੀਜ ਮਿੱਟੀ ਦੇ ਅੰਦਰ ਮਿਲ ਕੇ ਉਗਦਾ ਹੈ ਤੇ ਉਹ ਬੀਜ ਆਪ ਹੀ ਜੜ੍ਹਾਂ ਬਣ ਜਾਂਦਾ ਹੈ, ਆਪ ਹੀ ਤਣਾ ਬਣ ਜਾਂਦਾ ਹੈ, ਆਪ ਹੀ ਟਹਿਣੇ ਬਣ ਜਾਂਦਾ ਹੈ, ਆਪ ਹੀ ਟਹਿਣੀਆਂ ਬਣ ਜਾਂਦਾ ਹੈ, ਆਪ ਹੀ ਪੱਤੇ ਬਣ ਜਾਂਦਾ ਹੈ, ਆਪ ਹੀ ਫੁੱਲ ਬਣ ਜਾਂਦਾ ਹੈ, ਤੇ ਆਪ ਹੀ ਫਲ ਬਣ ਜਾਂਦਾ ਹੈ। ਉਹ ਬੀਜ ਹੀ ਹੈ ਸਾਰਾ ਕੁਛ। ਇਹ ਨਹੀਂ ਨਾ ਬੀਜ ਨੇ ਵੱਖਰੇ ਲਿਆ ਕੇ ਫਲ ਤੇ ਕਿਤੇ ਨਾਲ ਲਾ ਲਏ, ਹੁਣ ਪੱਤੀਆਂ ਕਿਤੋਂ ਮੁੱਲ ਲਿਆ ਕੇ ਨਾਲ ਲਾ ਲਈਆਂ, ਹੁਣ ਐਵੇਂ ਨਹੀਂ ਨਾ, ਆਪ ਹੀ ਸਾਰਾ ਕੁਛ ਬਣ ਗਿਆ। ਇਸੇ ਤਰ੍ਹਾਂ ਉਹ ਨਿਰੰਕਾਰ ਆਪ ਹੀ ਸਾਰਾ ਕੁਛ ਬਣਿਆ ਹੋਇਆ ਹੈ, ਆਪ ਹੀ ਆਪ ਹੈ। ਜੇ ਹੁਣ ਸਾਨੂੰ ਇਹ ਗੱਲ ਸਮਝ ਆ ਜਾਏ ਤਾਂ ਜਿਹੜਾ ਰੱਬ ਦੇ ਵੱਖਰੇ ਹੋਣ ਵਾਲਾ ਭੁਲੇਖਾ ਹੈ ਨਾ, ਉੱਤੇ ਬੈਠਾ ਰੱਬ, ਉਹ ਭੁਲੇਖਾ ਸਾਡਾ ਨਿਕਲ ਸਕਦਾ। ਔਰ ਜੇ ਇਸ ਗੱਲ ਨੂੰ ਅਸੀਂ ਫਿਰ ਮੰਨ ਲਈਏ ਸਮਝ ਕੇ, ਤਾਂ ਫਿਰ ਸਾਡੀਆਂ ਦੂਰੀਆਂ ਵੀ ਮਿਟ ਸਕਦੀਆਂ ਨੇ, ਈਰਖਾ, ਦ્વੈਸ਼, ਵੈਰ ਵਿਰੋਧ। ਫਿਰ ਬੰਦਾ ਬੰਦੇ ਨਾਲ ਰੱਬ ਵਰਗਾ ਪਿਆਰ ਕਰੇਗਾ, ਫਿਰ ਬੰਦਾ ਬੰਦੇ ਨਾਲ ਰੱਬ ਵਰਗਾ ਵਿਹਾਰ ਕਰੇਗਾ। ਫਿਰ ਠੱਗੀਆਂ, ਠੋਰੀਆਂ, ਈਰਖਾ, ਦ્વੈਸ਼, ਵੈਰ ਵਿਰੋਧ, ਇਹ ਸਾਰੇ ਕੁਝ ਖਤਮ ਹੋ ਜਾਣਗੇ ਜੇ ਇਹ ਪੰਕਤੀ ਨੂੰ ਸਮਝ ਕੇ ਅਮਲ ਕਰ ਲਿਆ ਜਾਏ। ਸਭ ਕੁਛ ਆਪੇ ਆਪ, ਬੇਅੰਤ ਅਪਾਰਿਆ, ਅੰਤ ਤੋਂ ਰਹਿਤ ਹੈ, ਪਾਰ ਤੋਂ ਪਰੇ ਹੈ, ਸਭ ਕੁਛ ਆਪ ਹੀ ਆਪ ਹੈ, ਚਾਰ ਚਫੇਰੇ ਆਪ ਹੀ ਆਪ ਪਸਰਿਆ ਹੋਇਆ ਹੈ। ਗੁਰਪੂਰੇ ਕੀ ਟੇਕ ਨਾਨਕ ਸੰਭਾਲਿਆ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਗੁਰਪੂਰੇ ਕੀ ਟੇਕ, ਜਿਸ ਮਨੁੱਖ ਨੇ ਪੂਰੇ ਗੁਰੂ ਦਾ ਆਸਰਾ ਲਿਆ, ਜਿਨਨੇ ਪੂਰੇ ਗੁਰੂ ਦਾ ਆਸਰਾ ਲਿਆ, ਨਾਨਕ ਸੰਭਾਲਿਆ, ਉਹ ਉਸ ਪ੍ਰਭੂ ਨੂੰ ਯਾਦ ਕਰਦਾ ਹੈ, ਪ੍ਰਭੂ ਨੂੰ ਆਪਣੇ ਅੰਦਰ ਵਸਾਉਂਦਾ ਹੈ, ਸੰਭਾਲਦਾ ਹੈ। ਹੁਣ ਅਸੀਂ ਰੱਬ ਨੂੰ ਸੰਭਾਲਿਆ ਨਹੀਂ ਨਾ ਹੋਇਆ, ਰੱਬੀ ਗੁਣਾਂ ਨੂੰ ਸੰਭਾਲਿਆ ਨਹੀਂ ਹੋਇਆ। ਅਸੀਂ ਕੀ ਸੰਭਾਲੀ ਬੈਠੇ ਹਾਂ? ਈਰਖਾ, ਦ્વੈਸ਼, ਵੈਰ ਵਿਰੋਧ, ਪਾਪ ਅਪਰਾਧ, ਮੇਰ ਤੇਰ ਦੇ ਵਿਤਕਰੇ, ਅਸੀਂ ਆਪਣੇ ਅੰਦਰ ਇਹ ਸੰਭਾਲੀ ਬੈਠੇ। ਪਰ ਜੋ ਪੂਰੇ ਗੁਰੂ ਦੀ ਟੇਕ ਲੈਂਦੇ ਨੇ, ਟੇਕ ਦਾ ਮਤਲਬ ਆਸਰਾ ਲੈਂਦੇ ਨੇ, ਜੋ ਗੁਰੂ ਤੋਂ ਗਿਆਨ ਦੀ ਦਾਤ ਲੈਂਦੇ ਨੇ, ਜੋ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਉਂਦੇ ਨੇ, ਉਹਨਾਂ ਨੇ ਰੱਬ ਨੂੰ ਸੰਭਾਲਿਆ ਹੁੰਦਾ ਅੰਦਰ।
ਰੱਬ ਨੂੰ ਸੰਭਾਲਣ ਦਾ ਮਤਲਬ ਰੱਬੀ ਗੁਣਾਂ ਨੂੰ ਸੰਭਾਲਿਆ ਹੁੰਦਾ ਹੈ। ਸੱਚ ਹੈ, ਨਿਰਭੈਤਾ ਹੈ, ਨਿਰਵੈਰਤਾ ਹੈ, ਦਇਆ ਹੈ, ਪਿਆਰ ਹੈ, ਮੁਹੱਬਤ ਹੈ। ਉਹ ਆਪਣੇ ਅੰਦਰ ਇਹਨਾਂ ਚੀਜ਼ਾਂ ਨੂੰ ਸੰਭਾਲੀ ਬੈਠੇ ਨੇ। ਪਰ ਇਹਨਾਂ ਚੀਜ਼ਾਂ ਨੂੰ ਉਹਨਾਂ ਨੇ ਸੰਭਾਲਿਆ ਜਿਨ੍ਹਾਂ ਨੇ ਪੂਰੇ ਗੁਰੂ ਦਾ ਆਸਰਾ ਲਿਆ ਹੈ, ਜੋ ਗੁਰੂ ਦੇ ਦੱਸੇ ਰਾਹ ਤੇ ਤੁਰੇ ਨੇ, ਜਿਨ੍ਹਾਂ ਨੇ ਗਿਆਨ ਗੁਰੂ ਦੀ ਅਗਵਾਈ ਲਈ ਹੈ। ਤਾਂ ਜੇ ਅਸੀਂ ਗਿਆਨ ਗੁਰੂ ਦੀ ਅਗਵਾਈ ਲਈਏ ਔਰ ਅਸੀਂ ਵੀ ਰੱਬ ਨੂੰ ਆਪਣੇ ਅੰਦਰ ਸੰਭਾਲਣ ਦਾ ਯਤਨ ਕਰੀਏ। ਇੱਕ ਗੱਲ ਸਮਝ ਲੈਣ ਵਾਲੀ ਹੈ ਕਿ ਕੋਈ ਵੀ ਬੰਦਾ ਸਾਨੂੰ ਸਲਾਹ ਦੇ ਸਕਦਾ ਹੈ। ਜੇ ਅਸੀਂ ਕਿਸੇ ਮੰਜ਼ਿਲ ਤੇ ਜਾਣਾ ਹੈ ਨਾ, ਤਾਂ ਸਾਨੂੰ ਸਲਾਹ ਦੇ ਸਕਦਾ ਹੈ ਕੋਈ ਵੀ ਬੰਦਾ, ਪਰ ਜਾਣਾ ਸਾਨੂੰ ਆਪ ਪਵੇਗਾ। ਮੰਨ ਲਓ ਮੈਂ ਇੱਥੇ ਹੰਸਲੋ ਬੈਠਾ ਤੇ ਮੈਂ ਗਰੇਵਜੈਂਡ ਜਾਣਾ ਚਾਹੁੰਦਾ, ਤਾਂ ਕੋਈ ਬੰਦਾ ਮੈਨੂੰ ਸਲਾਹ ਦੇ ਸਕਦਾ ਵੀ ਭਾਈ ਸਾਹਿਬ ਬੱਸ ਤੇ ਚਲੇ ਜਾਓ ਜਾਂ ਟ੍ਰੇਨ ਤੇ ਚਲੇ ਜਾਓ। ਮੈਨੂੰ ਦੱਸ ਸਕਦਾ ਹੈ ਇੱਥੋਂ ਟ੍ਰੇਨ ਬਦਲੇਗੀ ਤੇ ਟ੍ਰੇਨ ਤੇ ਫਲਾਂ ਜਗ੍ਹਾ ਤੇ ਜਾ ਕੇ ਤੁਸੀਂ ਉਤਰ ਜਾਓਗੇ। ਸਲਾਹ ਦੇ ਦਿੱਤੀ। ਅਗਲਾ ਕੰਮ ਇੱਕ ਕੋਈ ਬੰਦਾ ਕਰ ਸਕਦਾ ਹੈ। ਮੈਂ ਕਹਿੰਦਾ ਠੀਕ ਹੈ, ਤੇ ਨਾਲ ਉਹ 50 ਪਾਉਂਡ ਵੀ ਕੱਢ ਕੇ ਫੜਾਂਦਾ, ਭਾਈ ਸਾਹਿਬ ਕਿਰਾਇਆ ਮੇਰੇ ਨੂੰ ਲੈ, ਕਿਰਾਇਆ ਤੁਹਾਨੂੰ ਮੈਂ ਕਹਿੰਦਾ ਨਹੀਂ। ਉਹ ਕਹਿੰਦਾ ਨਹੀਂ ਜਾ ਰਹੇ ਹੋ ਤੇ ਕੋਈ ਨਾ, ਆ ਲਓ ਟਿਕਟ ਲੈ ਲੈ। ਹੁਣ ਉਹ ਟਿਕਟ ਦੇ ਪੈਸੇ ਵੀ ਦੇ ਦਿੰਦਾ ਤੇ ਗਰੇਵਜੈਂਡ ਦਾ ਰਾਹ ਵੀ ਦੱਸ ਦਿੰਦਾ ਤੇ ਸਲਾਹ ਵੀ ਦੇ ਦਿੰਦਾ, ਤੇ ਜਾਣਾ ਤੇ ਮੈਨੂੰ ਹੀ ਪੈਣਾ ਹੈ। ਜਾਣਾ ਅਕਸਰ ਮੈਨੂੰ ਹੀ ਪੈਣਾ ਨਾ, ਮੇਰੀ ਜਗ੍ਹਾ ਤੇ ਜਾ ਤੇ ਨਹੀਂ ਸਕਦਾ। ਜੇ ਜਾਏਗਾ ਵੀ ਤੇ ਉਹ ਜਾਏਗਾ, ਮੈਂ ਤੇ ਫਿਰ ਹੰਸਲੋ ਰਹਿ ਜਾਣਾ। ਮੈਂ ਤਾਂ ਫਿਰ ਇੱਥੇ ਰਹਿ ਗਿਆ ਨਾ, ਜਾਣਾ ਮੈਨੂੰ ਹੀ ਪੈਣਾ। ਮੰਨ ਲਓ ਭੁੱਖ ਲੱਗੀ ਹੈ ਹੁਣ ਤੁਹਾਨੂੰ ਜਾਂ ਮੈਨੂੰ, ਤੇ ਤੁਹਾਨੂੰ ਜਾਂ ਮੈਨੂੰ ਭੁੱਖ ਲੱਗੀ ਤੇ ਕੋਈ ਕਹੇ ਵੀ ਇੱਥੇ ਗੁਰਦੁਆਰਾ ਸਾਹਿਬ ਬਿਲਕੁਲ ਨਜ਼ਦੀਕ ਹੈ, ਗੁਰਦੁਆਰੇ ਲੰਗਰ ਬਣਿਆ ਤੇ ਗੁਰਦੁਆਰੇ ਅਨਾਉਂਸ ਵੀ ਹੋ ਰਹੀ ਹੋਏ ਵੀ ਲੰਗਰ ਗੁਰੂ ਦਾ ਤਿਆਰ ਹੈ, ਵੀ ਸਾਧ ਸੰਗਤ ਵੀ ਲੰਗਰ ਛਕ ਕੇ ਜਾਓ। ਲੰਗਰ ਵੀ ਤਿਆਰ ਹੈ, ਲੰਗਰ ਵਰਤਾਨ ਵਾਲੇ ਵੀ ਤਿਆਰ ਨੇ, ਉਹ ਵਰਤਾ ਰਹੇ ਨੇ, ਪਰ ਖਾਣਾ ਤੇ ਸਾਨੂੰ ਹੀ ਪੈਣਾ। ਜੇ ਮੈਂ ਕਹਾਂ ਕਿ ਮੈਂ ਖਾਣਾ ਨਹੀਂ ਤੇ ਲੰਗਰ ਵੇਖ ਕੇ ਮੇਰੀ ਭੁੱਖ ਮਿਟ ਜਾਏ, ਐਵੇਂ ਤੇ ਨਹੀਂ ਹੋਣਾ। ਤਾਂ ਗੁਰੂ ਸਾਨੂੰ ਸਲਾਹ ਦੇ ਸਕਦਾ ਹੈ, ਉਪਦੇਸ਼ ਦੇ ਸਕਦਾ ਹੈ, ਗਿਆਨ ਦੇ ਸਕਦਾ ਹੈ, ਜੀਵਨ ਜੀਣ ਦੀ ਸਮਰੱਥਾ ਦੇ ਸਕਦਾ ਹੈ, ਪਰ ਜੀਣਾ ਤੇ ਸਾਨੂੰ ਹੀ ਪੈਗਾ ਨਾ। ਜੀਣਾ ਤੇ ਸਾਨੂੰ ਪੈਣਾ। ਗੁਰੂ ਨੇ ਤੇ ਦੱਸ ਦਿੱਤਾ ਕਿ ਤੁਸੀਂ ਸਤ ਸੰਤੋਖ ਦਇਆ ਧਰਮ ਆਦਿਕ ਨੂੰ ਜੀਵਨ ਵਿੱਚ ਵਸਾਓ, ਇਹੋ ਜੀ ਜ਼ਿੰਦਗੀ ਜੀਵੋ ਤੇ ਤੁਸੀਂ ਰੱਬ ਵਰਗੇ ਹੋ ਜਾਓਗੇ। ਤੇ ਹੁਣ ਜੀਣਾ ਕਿਹਨੂੰ ਪੈਣਾ? ਸਾਨੂੰ ਨਾ। ਗਰੇਵਜੈਂਡ ਜਾਣ ਦੀ ਮੈਨੂੰ ਕਿਸੇ ਨੇ ਸਲਾਹ ਦੇ ਦਿੱਤੀ, ਬੱਸ ਦੱਸਤੀ, ਟ੍ਰੇਨ ਦੱਸ ਦਿੱਤੀ, ਜਾਣਾ ਤੇ ਮੈਨੂੰ ਪੈਣਾ, ਤੇ ਜੇ ਮੈਂ ਨਾ ਜਾਵਾਂ ਤਾਂ ਮੈਂ ਪਹੁੰਚ ਨਹੀਂ ਸਕਾਂਗਾ ਨਾ। ਇਸ ਲਈ ਗੁਰੂ ਜੀ ਨੇ ਸਾਨੂੰ ਹੁਣ ਜੀਵਨ ਦੱਸ ਦਿੱਤਾ ਕਿ ਤੁਸੀਂ ਐਵੇਂ ਰੱਬ ਵਰਗੇ ਹੋ ਸਕਦੇ ਹੋ, ਪਰ ਇਹ ਕੰਮ ਕਰਨਾ ਤੇ ਸਾਨੂੰ ਹੀ ਪੈਣਾ। ਤੇ ਜੇ ਅਸੀਂ ਗੁਰੂ ਦੇ ਬਚਨਾਂ ਨੂੰ ਨਹੀਂ ਮੰਨਦੇ ਤੇ ਸਾਡੀ ਜ਼ਿੰਦਗੀ ਵਿੱਚ ਉਹ ਪ੍ਰਾਪਤੀ ਨਹੀਂ ਹੁੰਦੀ, ਤਾਂ ਉਹਦੇ ਵਿੱਚ ਦੋਸ਼ ਕਿਹਦਾ ਹੈ? ਦੋਸ਼ ਸਾਡਾ ਹੈ। ਭਗਤ ਕਬੀਰ ਜੀ ਨੇ ਬੜੇ ਪਿਆਰ ਨਾਲ ਸਮਝਾਇਆ, ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲੱਗ ਗਈ, ਜਿਉਂ ਬਾਂਸ ਵਜਾਈਏ ਫੂਕ। ਬੰਸਰੀ ਦੇ ਵਿੱਚ ਫੂਕ ਮਾਰੋ ਤੇ ਬੰਸਰੀ ਵੱਜਦੀ ਹੈ, ਤੇ ਫੂਕ ਬੰਦ ਕਰੋ, ਬੰਸਰੀ ਬੰਦ। ਨਾਲ ਦੇ ਨਾਲ ਬੰਦ ਹੋ ਗਈ ਨਾ, ਆਪਣੇ ਆਪ ਤੋਂ ਉਹਨੇ ਵੱਜਣਾ ਨਹੀਂ, ਫੂਕ ਮਾਰਿਆ ਵੱਜ ਰਹੀ। ਹੁਣ ਗੁਰੂ ਜੀ ਕਹਿ ਰਹੇ ਨੇ, ਅਸੀਂ ਸੁਣ ਰਹੇ ਹਾਂ, ਇੱਕ ਕੰਨ ਚੋਂ ਕੱਢਿਆ ਦੂਜੇ ਤੋਂ ਖਤਮ। ਹੁਣ ਜੇ ਗੁਰੂ ਦੀ ਗੱਲ ਨੂੰ ਸਿੱਖ ਮੰਨੇ ਹੀ ਨਾ, ਤਾਂ ਉਹਦੇ ਵਿੱਚ ਗੁਰੂ ਕੁਛ ਨਹੀਂ ਕਰ ਸਕਦਾ ਨਾ। ਗੁਰੂ ਹੁਣ ਕੀ ਕਰੇ? ਗੁਰੂ ਨੇ ਤੇ ਰਾਹ ਦੱਸ ਦਿੱਤਾ, ਤੁਰਨਾ ਸਾਨੂੰ ਪੈਣਾ। ਤਾਂ ਗੁਰ ਪੂਰੇ ਕੀ ਟੇਕ ਨਾਨਕ ਸੰਭਾਲਿਆ, ਜਿਸ ਮਨੁੱਖ ਨੇ ਪੂਰੇ ਗੁਰੂ ਦਾ ਆਸਰਾ ਲਿਆ, ਮੀਨਸ ਜੋ ਗੁਰੂ ਪੂਰੇ ਦੇ ਦੱਸੇ ਰਾਹਾਂ ਤੇ ਤੁਰਿਆ, ਉਹਨੇ ਰੱਬ ਨੂੰ ਆਪਣੇ ਅੰਦਰ ਸੰਭਾਲ ਲਿਆ, ਉਹਨੇ ਰੱਬ ਨੂੰ ਆਪਣੇ ਅੰਦਰ ਵਸਾ ਲਿਆ, ਔਰ ਉਹ ਰੱਬ ਵਰਗਾ ਹੀ ਹੋ ਗਿਆ। ਸ਼ਲੋਕ ਮਹਿਲਾ ਪੰਜਵਾਂ। ਆਦ ਮੱਧ ਅਰ ਅੰਤ ਪਰਮੇਸ਼ਰ ਰੱਖਿਆ। ਆਦ ਦਾ ਮਤਲਬ ਸ਼ੁਰੂ ਵਿੱਚ, ਮੱਧ ਦਾ ਮਤਲਬ ਵਿਚਕਾਰਲੇ ਸਮੇਂ ਵਿੱਚ, ਅੰਤ ਦਾ ਮਤਲਬ ਅਖੀਰ ਵਿੱਚ। ਯਾਨੀ ਬੀਤ ਗਿਆ ਸਮਾਂ ਭੂਤਕਾਲ, ਚੱਲ ਰਿਹਾ ਸਮਾਂ ਵਰਤਮਾਨ ਕਾਲ, ਔਰ ਆਉਣ ਵਾਲਾ ਸਮਾਂ ਭਵਿੱਖ। ਯਾਨੀ ਹਰ ਸਮੇਂ ਪਰਮੇਸ਼ਰ ਰੱਖਿਆ। ਪਰਮੇਸ਼ਰ ਨੇ ਆਪ ਹੀ ਆਪਣੇ ਸੇਵਕ ਨੂੰ ਹਮੇਸ਼ਾ ਬਚਾਇਆ ਹੈ ਵਿਕਾਰਾਂ ਤੋਂ। ਚਾਹੇ ਉਹ ਬੀਤ ਗਿਆ ਸਮਾਂ ਸੀ, ਜਾਂ ਹੁਣ ਹੈ, ਜਾਂ ਆਉਣ ਵਾਲਾ ਸਮਾਂ ਹੈ, ਪ੍ਰਭੂ ਆਪਣੇ ਸੇਵਕਾਂ ਨੂੰ ਆਪ ਹੀ ਬਚਾਉਂਦਾ ਹੈ ਵਿਕਾਰਾਂ ਤੋਂ, ਪਾਪਾਂ ਤੋਂ, ਅਪਰਾਧਾਂ ਤੋਂ।
ਕਿਵੇਂ ਬਚਾਉਂਦਾ ਹੈ, ਇਹ ਆਪਾਂ ਐਕਸਪਲੇਨ ਰੋਜ਼ ਕਰ ਰਹੇ ਹਾਂ ਕਿ ਜਦੋਂ ਮੇਰੇ ਮਨ ਅੰਦਰ ਝੂਠ ਬੋਲਣ ਦਾ ਵਿਚਾਰ ਆਉਂਦਾ ਹੈ ਤਾਂ ਜੇ ਮੈਂ ਬਾਣੀ ਨਾਲ ਜੁੜਿਆ ਹਾਂ ਤਾਂ ਅੰਦਰੋਂ ਆਵਾਜ਼ ਆਏ ਕਿ ਬੋਲੀਏ ਸੱਚ ਧਰਮ ਝੂਠ ਨਾ ਬੋਲੀਏ, ਤਾਂ ਰੱਬ ਮੈਨੂੰ ਝੂਠ ਤੋਂ ਬਚਾ ਲਵੇਗਾ। ਤੇ ਝੂਠ ਬੋਲਣ ਦੇ ਜਿਹੜੇ ਮਾੜੇ ਰਿਜ਼ਲਟ ਨਿਕਲਣੇ ਸਨ ਉਹਨਾਂ ਤੋਂ ਮੈਂ ਆਟੋਮੈਟਿਕਲੀ ਬਚ ਜਾਵਾਂਗਾ ਜਦੋਂ ਮੈਂ ਝੂਠ ਬੋਲਾਂਗਾ ਹੀ ਨਹੀਂ। ਲੋਭ ਕਰਦਾ ਹਾਂ ਤਾਂ ਅੰਦਰੋਂ ਮੈਨੂੰ ਆਵਾਜ਼ ਆਉਂਦੀ ਕਿ ਹੱਕ ਪਰਾਇਆ ਨਾਨਕਾ, ਮੈਂ ਫਿਰ ਲੋਭ ਨਹੀਂ ਕਰਦਾ, ਕਿਸੇ ਦਾ ਹੱਕ ਨਹੀਂ ਖਾਂਦਾ। ਤਾਂ ਜਿਹੜਾ ਬੇਗਾਨਾ ਹੱਕ ਖਾਣ ਦੇ ਗਲਤ ਰਿਜ਼ਲਟ ਨਿਕਲਣੇ ਸਨ ਉਹਨਾਂ ਤੋਂ ਮੈਂ ਆਟੋਮੈਟਿਕਲੀ ਬਚ ਜਾਵਾਂ। ਮੈਂ ਕਿਸੇ ਨਾਲ ਈਰਖਾ ਕਰਦਾ, ਮੇਰੇ ਅੰਦਰ ਈਰਖਾ ਦੇ ਵਿਚਾਰ ਪੈਦਾ ਹੁੰਦੇ ਨੇ, ਤਾਂ ਗੁਰੂ ਪਾਤਸ਼ਾਹ ਜੀ ਅੰਦਰੋਂ ਆਵਾਜ਼ ਦਿੰਦੇ ਨੇ, ਜਿਸ ਅੰਦਰ ਤਾਤ ਪਰਾਈ ਹੋਵੇ ਉਸ ਦਾ ਕਦੇ ਨਾ ਹੋਵੀ ਭਲਾ, ਤਿਸ ਦਾ ਕਦੇ ਨਾ ਹੋਵੀ ਭਲਾ। ਤਾਂ ਮੈਂ ਫਿਰ ਈਰਖਾ ਤੋਂ ਬਚ ਗਿਆ ਨਾ। ਜਿਹੜਾ ਬੰਦਾ ਰੱਬੀ ਗੁਣਾਂ ਦੇ ਨਾਲ ਜੁੜ ਜਾਂਦਾ ਹੈ, ਰੱਬ ਉਹਨੂੰ ਵਿਕਾਰਾਂ ਵਿੱਚ ਡੁੱਬਣ ਤੋਂ ਬਚਾ ਲੈਂਦਾ ਹੈ, ਉਹਨੂੰ ਆਤਮਿਕ ਮੌਤ ਤੇ ਮਰਨ ਤੋਂ ਬਚਾ ਲੈਂਦਾ ਹੈ। ਤਾਂ ਇਹਦਾ ਮਤਲਬ ਇਹ ਹੋਇਆ ਕਿ ਜੇ ਅਸੀਂ ਰੱਬੀ ਗੁਣਾਂ ਦੇ ਨਾਲ ਜੁੜੀਏ ਤਾਂ ਅਸੀਂ ਆਤਮਿਕ ਮੌਤ ਤੋਂ ਬਚ ਸਕਦੇ ਹਾਂ, ਸਾਡੇ ਅੰਦਰ ਇਨਸਾਨੀਅਤ ਬਚ ਸਕਦੀ ਹੈ ਔਰ ਅਸੀਂ ਹੈਵਾਨੀਅਤ ਤੋਂ ਬਚ ਸਕਦੇ ਹਾਂ। ਸਤਿਗੁਰ ਦਿੱਤਾ ਹਰ ਨਾਮ ਅੰਮ੍ਰਿਤ ਚਖਿਆ। ਸਤਿਗੁਰ ਨੇ ਹਰੀ ਨਾਮ ਦਿੱਤਾ ਜਿਨ੍ਹਾਂ ਨੂੰ, ਉਹਨਾਂ ਨੇ ਅੰਮ੍ਰਿਤ ਚਖ ਲਿਆ। ਹੁਣ ਹਰੀ ਨਾਮ ਦਾ ਮਤਲਬ ਹੁਕਮ, ਦਿੱਤਾ ਦਾ ਮਤਲਬ ਦੇ ਦਿੱਤਾ, ਜਿਨ੍ਹਾਂ ਨੂੰ ਗੁਰੂ ਨੇ ਹੁਕਮ ਦਾ ਗਿਆਨ ਦੇ ਦਿੱਤਾ ਕਿ ਹੁਕਮ ਦੇ ਅੰਦਰ ਜ਼ਿੰਦਗੀ ਜੀਣੀ ਹੈ। ਔਰ ਫਿਰ ਜਿਸ ਨੇ ਹੁਕਮ ਦੇ ਅੰਦਰ ਰੱਬੀ ਰਜ਼ਾ ਦੇ ਅੰਦਰ ਜੀਵਨ ਸ਼ੁਰੂ ਕਰ ਦਿੱਤਾ। ਅੰਮ੍ਰਿਤ ਚਖਿਆ ਦਾ ਮਤਲਬ ਉਹਨਾਂ ਨੇ ਆਤਮਿਕ ਜੀਵਨ ਦਾ ਰਸ ਚੱਖ ਲਿਆ, ਰਸ ਮਾਣ ਲਿਆ। ਰਸ ਕੌਣ ਮਾਣੇਗਾ? ਜੋ ਬੰਦਾ ਕੋਈ ਚੀਜ਼ ਖਾਏਗਾ। ਖੀਰ ਦਾ ਬਣਿਆ ਹੋਇਆ ਪਤੀਲਾ ਤੁਹਾਡੇ ਸਾਹਮਣੇ ਪਿਆ ਹੋਵੇ ਤਾਂ ਖੀਰ ਵੇਖ ਕੇ ਤੁਸੀਂ ਉਹਦਾ ਸਵਾਦ ਨਹੀਂ ਮਾਣ ਸਕਦੇ। ਸਵਾਦ ਮਾਣਨ ਵਾਸਤੇ ਤੁਹਾਨੂੰ ਪਲੇਟ 'ਚ ਪਾ ਕੇ ਚਮਚਾ ਮੂੰਹ 'ਚ ਪਾਣਾ ਹੀ ਪੈਣਾ। ਖੀਰ ਜਿਹੜਾ ਖਾਏਗਾ ਉਹਨੂੰ ਸਵਾਦ ਆਏਗਾ ਕਿ ਇਹ ਮਿੱਠੀ ਹੈ ਜਾਂ ਇਹਦੇ ਵਿੱਚ ਸਵਾਦ ਹੈ ਜਾਂ ਬੇਸਵਾਦੀ ਹੈ ਜਾਂ ਥੱਲੇ ਲੱਗੀ ਹੈ, ਉਹਨੂੰ ਪਤਾ ਲੱਗੇਗਾ ਕਿਵੇਂ ਦੀ ਹੈ। ਜਿਹਨੇ ਚੱਖਿਆ ਨਹੀਂ ਉਹਨੂੰ ਸਵਾਦ ਦਾ ਨਹੀਂ ਪਤਾ ਲੱਗਣਾ। ਇਸੇ ਤਰ੍ਹਾਂ ਜੋ ਆਤਮਿਕ ਜੀਵਨ ਹੈ, ਆਤਮਿਕ ਜੀਵਨ ਦਾ ਸੁੱਖ ਉਹ ਮਾਣੇਗਾ ਜਿਹੜਾ ਬੰਦਾ ਸੱਚ, ਦਇਆ, ਧਰਮ ਆਦਿਕ ਗੁਣਾਂ ਨੂੰ ਇੰਪਲੀਮੈਂਟ ਕਰੇਗਾ। ਜਿਹੜਾ ਇੰਪਲੀਮੈਂਟ ਕਰੇਗਾ, ਪਿਆਰ ਵਾਲੀ ਜ਼ਿੰਦਗੀ ਜੀਵੇਗਾ, ਸੱਚ ਵਾਲੀ ਜੀਵੇਗਾ, ਤਾਂ ਸੱਚ ਦੇ ਨਾਲ, ਪਿਆਰ ਦੇ ਨਾਲ ਜਿਹੜਾ ਸੁੱਖ ਮਿਲਦਾ ਹੈ ਤਾਂ ਹੀ ਮਾਣੇਗਾ ਨਾ। ਜੇ ਸੱਚ ਬੋਲੇਗਾ, ਜੇ ਪਿਆਰ ਵਾਲੀ ਜ਼ਿੰਦਗੀ ਜੀਵੇਗਾ। ਤੇ ਜਿਨਨੇ ਸੱਚ ਬੋਲੇ ਹੀ ਨਹੀਂ, ਪਿਆਰ ਦੇ ਨਾਲ ਰਿਹਾ ਹੀ ਨਹੀਂ, ਨਿਰਵੈਰਤਾ ਨੂੰ ਅਪਣਾਇਆ ਹੀ ਨਹੀਂ, ਉਹ ਕਿਵੇਂ ਉਸ ਆਪਣੇ ਰਸ ਨੂੰ ਮੰਨ ਲਏਗਾ, ਕਿਵੇਂ ਸੁੱਖ ਮੰਨ ਲਏਗਾ? ਤਾਂ ਜਿਨ੍ਹਾਂ ਨੂੰ ਗੁਰੂ ਨੇ ਹਰੀ ਨਾਮ ਦਾ ਮਤਲਬ ਹਰੀ ਦੇ ਹੁਕਮ ਦੀ ਸੂਝ ਦਿੱਤੀ, ਉਹਨਾਂ ਨੇ ਰੱਬੀ ਹੁਕਮ ਦੇ ਅੰਦਰ ਜ਼ਿੰਦਗੀ ਗੁਜ਼ਾਰੀ, ਤਾਂ ਜਿਨ੍ਹਾਂ ਨੇ ਰੱਬੀ ਹੁਕਮ ਵਿੱਚ ਜੀਵਨ ਗੁਜ਼ਾਰਿਆ ਉਹਨਾਂ ਨੇ ਆਤਮਿਕ ਜੀਵਨ ਦਾ ਰਸ ਮੰਨ ਲਿਆ। ਸਾਧਾਂ ਸੰਗ ਅਪਾਰ ਅਨਦਿਨ ਹਰ ਗੁਣ ਰਵੈ। ਅਪਾਰ ਦਾ ਮਤਲਬ ਪਾਰ ਤੋਂ ਰਹਿਤ, ਰਵੈ ਦਾ ਮਤਲਬ ਯਾਦ ਕਰਦਾ ਹੈ, ਗਾਉਂਦਾ ਹੈ, ਬੋਲਦਾ ਹੈ, ਮਤਲਬ ਇੰਪਲੀਮੈਂਟ ਕਰਦਾ ਹੈ। ਸੰਗ ਅਪਾਰ, ਸਾਧਾਂ ਸੰਗ ਅਪਾਰ ਦਾ ਮਤਲਬ ਗੁਰੂ ਦੀ ਅਮੁੱਲਕ ਸੰਗਤ। ਜੋ ਗੁਰੂ ਦੀ ਅਮੁੱਲਕ ਸੰਗਤ ਵਿੱਚ ਰਹਿੰਦਾ ਹੈ, ਅਨਦਿਨ ਹਰ ਗੁਣ ਰਵੈ, ਉਹ ਹਮੇਸ਼ਾ, ਅਨਦਿਨ ਦਾ ਮਤਲਬ ਹਰ ਪਲ, ਹਰ ਰੋਜ਼, ਹਰ ਸਮੇਂ ਹਰੀ ਦੇ ਗੁਣ ਰਵੈ ਦਾ ਮਤਲਬ ਉਚਾਰਨ ਕਰਦਾ ਹੈ। ਮਨ, ਬਚਨ ਔਰ ਕਰਮ ਕਰਕੇ ਉਹ ਰੱਬੀ ਗੁਣਾਂ ਦਾ ਧਾਰਨੀ ਹੁੰਦਾ ਹੈ। ਕੌਣ? ਜੋ ਗੁਰੂ ਦੀ ਅਮੁੱਲਕ ਸੰਗਤ ਵਿੱਚ ਹੈ। ਸੰਗਤ ਮੀਨਸ ਜੋ ਸ਼ਰਨ ਵਿੱਚ ਹੈ, ਮੀਨਸ ਜੋ ਗੁਰੂ ਦੇ ਹੁਕਮ ਨੂੰ ਮੰਨਦਾ ਹੈ, ਜੋ ਗੁਰੂ ਦੀ ਅਮੁੱਲਕ ਸ਼ਰਨ ਵਿੱਚ ਹੈ, ਜੋ ਗੁਰੂ ਦੇ ਦੱਸੇ ਰਾਹ ਤੇ ਚੱਲ ਰਿਹਾ ਹੈ, ਗੁਰੂ ਦੀ ਸੰਗਤ ਕਰ ਰਿਹਾ ਹੈ। ਉਹਦੀ ਨਿਸ਼ਾਨੀ ਇਹ ਹੈ ਕਿ ਉਹ ਰੱਬ ਦੇ ਜਿਹੜੇ ਅਮੁੱਲਕ ਗੁਣ ਨੇ ਉਹਨਾਂ ਨੂੰ ਇੰਪਲੀਮੈਂਟ ਕਰਦਾ ਹੈ ਆਪਣੀ ਜ਼ਿੰਦਗੀ ਵਿੱਚ। ਤਾਂ ਹੁਣ ਅਸੀਂ ਸੰਗਤ ਵਿੱਚ ਜਾ ਰਹੇ ਹਾਂ, ਅਸੀਂ ਗੁਰੂ ਦੇ ਨਾਲ ਜੁੜੇ ਹਾਂ। ਅਸੀਂ ਕਹਿੰਦੇ ਹਾਂ ਵੀ ਅਸੀਂ ਤੇ ਗੁਰੂ ਦੇ ਨਾਲ ਜੁੜੇ ਹਾਂ ਜੀ, ਗੁਰੂ ਦੇ ਲੜ ਲੱਗੇ ਹਾਂ, ਸੰਗਤ ਵਿੱਚ ਰੂਟ ਜਾਂਦੇ ਹਾਂ, ਬਾਣੀ ਪੜ੍ਹਦੇ ਸੁਣਦੇ ਹਾਂ। ਹੁਣ ਭਗਤ ਕਬੀਰ ਜੀ ਤੋਂ ਪੁੱਛੀਏ ਵੀ ਗੁਰੂ ਦੇ ਨਾਲ ਜੁੜੇ ਹੋਏ ਮਨੁੱਖ ਦੀਆਂ ਨਿਸ਼ਾਨੀਆਂ ਕੀ ਨੇ, ਜਿਸ ਕਰਕੇ ਸਾਨੂੰ ਭੁਲੇਖਾ ਨਾ ਰਹੇ। ਕਈ ਵਾਰ ਭੁਲੇਖਾ ਵੀ ਹੋ ਸਕਦਾ ਨਾ ਕਿ ਮੈਂ ਭੁਲੇਖੇ ਵਿੱਚ ਹੋਵਾਂ ਕਿ ਮੈਂ ਗੁਰੂ ਨਾਲ ਜੁੜਿਆ ਹੋਇਆ,
ਕਿਉਂਕਿ ਮੈਂ ਤੇ ਅੰਮ੍ਰਿਤ ਵੀ ਛਕਿਆ ਹੈ, ਨਿਤਨੇਮ ਵੀ ਕਰਦਾ, ਬਾਣੀ ਵੀ ਪੜ੍ਹਦਾ, ਤੇ ਮੈਂ ਤੇ ਗੁਰੂ ਦੇ ਨਾਲ ਜੁੜਿਆ ਹੋਇਆ। ਪਰ ਮੇਰਾ ਭੁਲੇਖਾ ਵੀ ਹੋ ਸਕਦਾ ਨਾ, ਹੋ ਸਕਦਾ ਮੈਂ ਗਲਤ ਹੋਵਾਂ। ਇਸ ਲਈ ਭਗਤ ਕਬੀਰ ਜੀ ਤੋਂ ਪੁੱਛੀਏ ਕਿ ਗੁਰੂ ਦੇ ਨਾਲ ਜੁੜੇ ਹੋਏ ਮਨੁੱਖ ਦੀਆਂ ਨਿਸ਼ਾਨੀਆਂ ਕੀ ਨੇ। ਤਾਂ ਉਹ ਕਹਿੰਦੇ ਨੇ, ਕਬੀਰ ਗੁਰ ਲਾਗਾ ਤਬ ਜਾਣੀਐ, ਗੁਰੂ ਦੇ ਨਾਲ ਜੁੜਿਆ ਹੋਇਆ ਤਾਂ ਸਮਝੋ, ਮਿਟੈ ਮੋਹ ਤਨ ਤਾਪ, ਜੇ ਸੈਲਫਿਸ਼ਨੈਸ ਖਤਮ ਹੋ ਜਾਏ, ਮੋਹ ਖਤਮ ਹੋ ਜਾਏ। ਤਨ ਤਾਪ ਦਾ ਮਤਲਬ ਤਨ ਦੇ ਵਿੱਚੋਂ ਵਿਕਾਰ, ਈਰਖਾ, ਦਵੇਸ਼ ਦੀ ਅਗਨ ਬੁਝ ਜਾਏ। ਹਰਖ ਸੋਗ ਦਾਝੈ ਨਹੀਂ, ਖੁਸ਼ੀ ਔਰ ਗਮੀ ਪ੍ਰਭਾਵਿਤ ਨਾ ਕਰੇ, ਤਬ ਹਰ ਆਪੇ ਆਪ। ਫਿਰ ਸਮਝ ਲੋ ਚਾਰ ਚੁਫੇਰੇ ਇੱਕ ਪ੍ਰਭੂ ਹੀ ਨਜ਼ਰੀ ਪੈ ਰਿਹਾ ਹੈ। ਤਾਂ ਗੁਰੂ ਦੇ ਨਾਲ ਅਸਲ ਦੇ ਅੰਦਰ ਜੁੜਿਆ ਹੋਇਆ ਬੰਦਾ ਉਹ ਹੈ ਜਿਹਦੇ ਅੰਦਰ ਮੋਹ ਨਹੀਂ, ਜਿਹਦੇ ਅੰਦਰ ਸੈਲਫਿਸ਼ਨੈਸ ਨਹੀਂ, ਸਵਾਰਥ ਨਹੀਂ। ਗੁਰ ਲਾਗਾ ਤਬ ਜਾਣੀਏ, ਮਿਟੇ ਮੋਹ ਤਨ ਤਾਪ। ਤੇ ਤਨ ਦੇ ਜਿਹੜੇ ਤਾਪ ਨੇ, ਈਰਖਾ, ਦਵੇਸ਼, ਵੈਰ ਵਿਰੋਧ ਦੀ ਜਿਹੜੀ ਅੰਦਰ ਅੱਗ ਬਲੀ ਹੈ, ਉਹ ਬੁਝ ਜਾਏ। ਖੁਸ਼ੀ ਔਰ ਗਮੀ ਪ੍ਰਭਾਵਿਤ ਨਾ ਕਰੇ। ਅਸੀਂ ਖੁਸ਼ੀ ਵਿੱਚ ਵੀ ਗੁਰੂ ਤੋਂ ਦੂਰ ਚਲੇ ਜਾਂਦੇ ਹਾਂ, ਗਮੀ ਵਿੱਚ ਅਸੀਂ ਘਾਬਰ ਜਾਂਦੇ ਹਾਂ। ਜਿਹਦੇ ਉੱਤੇ ਇਹਨਾਂ ਚੀਜ਼ਾਂ ਦਾ ਪ੍ਰਭਾਵ ਨਹੀਂ ਹੈ, ਉਹ ਗੁਰੂ ਦੇ ਨਾਲ ਜੁੜਿਆ ਹੋਇਆ ਹੈ। ਤੇ ਜੇ ਇਹ ਸਾਰੀਆਂ ਚੀਜ਼ਾਂ ਪ੍ਰਭਾਵਿਤ ਕਰ ਰਹੀਆਂ ਨੇ, ਤਾਂ ਫਿਰ ਸਾਡਾ ਭੁਲੇਖਾ ਹੈ ਕਿ ਅਸੀਂ ਗੁਰੂ ਦੇ ਨਾਲ ਜੁੜੇ ਹਾਂ। ਫਿਰ ਸਾਡਾ ਭੁਲੇਖਾ ਹੈ। ਸਾਨੂੰ ਆਪਣਾ ਭੁਲੇਖਾ ਦੂਰ ਕਰਨਾ ਚਾਹੀਦਾ ਹੈ ਔਰ ਅਸਲੀਅਤ ਨੂੰ ਜਾਣਨਾ ਚਾਹੀਦਾ ਹੈ। ਫਿਰ ਅਸੀਂ ਧੋਖੇ ਵਿੱਚ ਹਾਂ ਖੁਦ, ਫਿਰ ਅਸੀਂ ਦੂਜਿਆਂ ਨੂੰ ਵੀ ਧੋਖਾ ਦੇ ਰਹੇ ਹਾਂ ਕਿ ਅਸੀਂ ਮੈਂ ਗੁਰੂ ਨਾਲ ਜੁੜਿਆ ਹੋਇਆ। ਜੇ ਅੰਦਰ ਇਹ ਵਿਕਾਰ ਟਿਕੇ ਹੋਏ ਨੇ ਤੇ ਇਹਦਾ ਮਤਲਬ ਗੁਰੂ ਨਾਲ ਜੁੜੇ ਨਹੀਂ। ਗੁਰੂ ਨਾਲ ਤਾਂ ਸੁਰਤ ਨੇ ਜੁੜਨਾ ਹੈ, ਗੁਰੂ ਨਾਲ ਤਾਂ ਸਾਡੀ ਸੋਚ ਨੇ ਜੁੜਨਾ ਹੈ। ਤੇ ਜੇ ਸੋਚ ਵਿੱਚ ਹੀ ਗੁਰੂ ਦੇ ਬਚਨ ਨਹੀਂ, ਸੋਚ ਵਿੱਚ ਕੁਝ ਹੋਰ ਹੈ, ਸੁਰਤ ਤਾਂ ਕਿਤੇ ਹੋਰ ਜੁੜੀ ਪਈ ਹੈ। ਫਿਰ ਤਾਂ ਸਾਧਾ ਸੰਗ ਅਪਾਰ, ਅਨਦਿਨ ਹਰ ਗੁਣ ਰਵੇ, ਸਤਸੰਗਤ ਦੇ ਅੰਦਰ ਦਿਨ ਰਾਤ, ਗੁਰੂ ਦੀ ਸ਼ਰਨ ਵਿੱਚ ਦਿਨ ਰਾਤ, ਉਹ ਇਨਸਾਨ ਫਿਰ ਰੱਬੀ ਗੁਣਾਂ ਦੇ ਨਾਲ ਜੁੜਿਆ ਰਹਿੰਦਾ। ਤੇ ਉਹਦਾ ਰਿਜ਼ਲਟ ਕੀ ਨਿਕਲਦਾ ਹੈ? ਪਾਏ ਮਨੋਰਥ ਸਭ, ਜੋਨੀ ਨਹਿ ਪਵੇ। ਸਭ ਦਾ ਮਤਲਬ ਸਾਰੇ, ਮਨੋਰਥ ਦਾ ਮਤਲਬ ਮੁਰਾਦਾਂ। ਪਾਏ ਮਨੋਰਥ ਸਭ, ਉਹਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਨੇ। ਸਾਰੇ ਮਨੋਰਥ ਪੂਰੇ ਹੋਣ ਦਾ ਮਤਲਬ ਉਹਦੀਆਂ ਸਾਰੀਆਂ ਵਾਸ਼ਨਾਵਾਂ ਮਿਟ ਜਾਂਦੀਆਂ ਨੇ। ਜਿਵੇਂ ਅਸੀਂ ਕਹਿੰਦੇ ਨਾ ਵੀ ਸਾਡਾ ਬਾਪੂ ਪੂਰਾ ਹੋ ਗਿਆ, ਤੇ ਬਾਪੂ ਪੂਰੇ ਹੋਣ ਨੂੰ ਸਮਝਦੀ ਹੋ ਨਾ ਸਾਰੇ, ਵੀ ਬਾਪੂ ਪੂਰਾ ਹੋ ਗਿਆ। ਤਾਂ ਪੂਰੇ ਹੋਣ ਦਾ ਮਤਲਬ ਇਹ ਨਹੀਂ ਕਿ ਬਾਪੂ ਇੰਜੀਨੀਅਰ ਬਣ ਗਿਆ, ਵੀ ਕੱਲ ਤੋਂ ਬਾਪੂ ਹੁਣ ਪੁਲਾਂ ਦੇ ਠੇਕੇ ਲਏਗਾ ਤੇ ਪੁਲ ਬਣਾਏਗਾ ਬਾਪੂ। ਬੇਬੇ ਪੂਰੀ ਹੋ ਗਈ। ਤਾਂ ਬੇਬੇ ਪੂਰੀ ਹੋਣ ਦਾ ਮਤਲਬ ਇਹ ਨਹੀਂ ਕਿ ਬੇਬੇ ਹੁਣ ਸਿਵਲ ਸਰਜਨ ਬਣ ਗਈ, ਵੀ ਹਸਪਤਾਲ ਖੋਲ ਕੇ ਕੱਲ ਤੋਂ ਆਪਰੇਸ਼ਨ ਸ਼ੁਰੂ ਕਰੇਗੀ। ਪੂਰੀ ਹੋਣ ਦਾ ਮਤਲਬ ਬੇਬੇ ਮਰ ਗਈ ਹੈ, ਖਤਮ ਹੋ ਗਈ। ਬਾਪੂ ਪੂਰੇ ਹੋਣ ਦਾ ਮਤਲਬ ਬਾਪੂ ਮਰ ਗਿਆ, ਖਤਮ ਹੋ ਗਿਆ। ਅੱਜ 1 ਮਹੀਨਾ ਪੂਰਾ ਹੋ ਗਿਆ, ਮੀਨਸ 1 ਮਹੀਨਾ ਖਤਮ ਹੋ ਗਿਆ। ਪਾਏ ਮਨੋਰਥ ਸਭ, ਉਹਦੇ ਮਨੋਰਥ ਸਾਰੇ ਪੂਰੇ ਹੋ ਜਾਂਦੇ ਨੇ। ਦਾ ਮਤਲਬ ਉਹਦੀਆਂ ਸਾਰੀਆਂ ਵਾਸ਼ਨਾਵਾਂ ਮਿਟ ਜਾਂਦੀਆਂ ਨੇ, ਖਤਮ ਹੋ ਜਾਂਦੀਆਂ ਨੇ। ਉਹਦੇ ਅੰਦਰ ਕੋਈ ਮਾੜੀ ਵਾਸ਼ਨਾ ਹੀ ਨਹੀਂ ਰਹਿ ਜਾਂਦੀ। ਜੋਨੀ ਨਹਿ ਪਵੇ, ਇੱਥੇ ਜੋਨੀ ਦਾ ਮਤਲਬ ਹੈ ਪਸ਼ੂ ਬਿਰਤੀਆਂ। ਉਹ ਫਿਰ ਪਸ਼ੂ ਬਿਰਤੀਆਂ ਦੇ ਵਿੱਚ ਭਵੇ ਦਾ ਮਤਲਬ ਭਟਕਦਾ ਨਹੀਂ ਹੈ। ਸਵੇਰ ਤੋਂ ਲੈ ਕੇ ਕਿੰਨੀਆਂ ਜੂਨਾਂ ਵਿੱਚ ਅਸੀਂ ਭਟਕਦੇ ਹਾਂ। ਜਦੋਂ ਅਸੀਂ ਫੂੰ ਫੂੰ ਕਰਕੇ ਜ਼ਹਿਰ ਖਿਲਾਰਦੇ ਹਾਂ, ਉਦੋਂ ਅਸੀਂ ਸੱਪ ਦੀ ਜੂਨ ਵਿੱਚ ਹੁੰਦੇ ਹਾਂ। ਜਦੋਂ ਅਸੀਂ ਲੋਭ ਕਰਕੇ ਬੇਗਾਨੇ ਹੱਕ ਖਾਂਦੇ ਹਾਂ, ਉਦੋਂ ਅਸੀਂ ਕੁੱਤੇ ਦੀ ਜੂਨ ਵਿੱਚ ਹਾਂ। ਜਦੋਂ ਅਸੀਂ ਕਿਸੇ ਨੂੰ ਨੀਵਾਂ ਦਿਖਾ ਰਹੇ ਹਾਂ, ਉਦੋਂ ਹਾਥੀ ਦੀ ਜੂਨ ਵਿੱਚ ਹਾਂ। ਜਦੋਂ ਅਸੀਂ ਕਿਸੇ ਦੀ ਐਵੇਂ ਝੂਠੀ ਬਦਖੋਈ ਕਰ ਰਹੇ ਹਾਂ, ਉਦੋਂ ਕਾਂ ਦੀ ਜੂਨ ਵਿੱਚ ਹਾਂ। ਤਾਂ ਗੁਰੂ ਜੀ ਕਹਿੰਦੇ ਨੇ ਉਸ ਬੰਦੇ ਦੇ ਸਾਰੇ ਵਿਕਾਰ ਖਤਮ ਹੋ ਜਾਂਦੇ ਨੇ, ਸਾਰੀਆਂ ਵਾਸ਼ਨਾਵਾਂ ਮਿਟ ਜਾਂਦੀਆਂ ਨੇ। ਉਹ ਇਹਨਾਂ ਪਸ਼ੂ ਬਿਰਤੀਆਂ ਦੇ ਅੰਦਰ ਫਿਰ ਨਹੀਂ ਭਟਕਦਾ। ਸਭ ਕੁਛ ਕਰਤੇ ਹੱਥ, ਕਾਰਨ ਜੋ ਕਰੇ। ਕਾਰਨ ਦਾ ਮਤਲਬ ਵਸੀਲਾ, ਸਬੱਬ। ਕਰਤਾਰ ਦੇ ਹੱਥ ਵਿੱਚ ਸਭ ਕੁਛ ਹੈ, ਉਹ ਆਪ ਸਾਰੇ ਵਸੀਲੇ ਬਣਾਉਂਦਾ ਹੈ। ਹਰ ਚੀਜ਼ ਦਾ, ਹਰ ਕਾਰਜ ਦਾ ਕਾਰਨ ਉਹ ਆਪ ਹੈ, ਹਰ ਚੀਜ਼ ਦਾ ਸਬੱਬ ਉਹ ਆਪ ਹੈ। ਕਰਤੇ ਦੇ ਵਸ ਵਿੱਚ ਹੈ, ਭਾਵ ਰੱਬੀ ਹੁਕਮ ਦੇ ਅੰਦਰ ਸਾਰੇ ਸਬੱਬ ਨੇ, ਸਾਰੇ ਸਬੱਬ ਬਣਦੇ ਨੇ। ਹਰ ਚੀਜ਼ ਰੱਬੀ ਹੁਕਮ ਦੇ ਅੰਦਰ ਹੈ, ਹੁਕਮ ਤੋਂ ਬਾਹਰ ਕੁਛ ਨਹੀਂ। ਨਾਨਕ ਮੰਗੇ ਦਾਨ, ਸੰਤਾਂ ਧੂਰ ਤਰੇ। ਤਰੇ ਦਾ ਮਤਲਬ ਤਰ ਜਾਂਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਦਾਸ ਨਾਨਕ ਇਹ ਦਾਨ ਮੰਗਦਾ ਹੈ,
कि हे मालिक मेरे ते रहमत कर, मैनू भी गुरु की संगत दे, ते दास नानक भी गुरु के चरणों की शरण विच पै के ते लंघ जाए, पार लंघ जाए। मतलब गुरु साहब जी सानू फरमा रहे ने कि असी प्रभु तो ये मंग मंगनी है, गुरु के चरणों की शरण। क्योंकि जो गुरु के चरणों की शरण लैंदा है, तरे का मतलब वो तर जांदा है, वो विकारां विच नहीं डुबदा। ते गुरु की शरण लैण का मतलब अपनी मत नूं छड्ड के गुरु की मत दे धारनी होना है, गुरु दे दिते वे ऑफ लाइफ नूं अपनाना है, इन्हां चीजां नूं इंप्लीमेंट करना है। तां जो भी गुरु दे चरनां दी शरण विच आउंदा है, वो विकारां दे सागर नूं तर दिंदा है, वो संसार विच डुबदा नहीं। महला पंजवां, तिसनों मन वसाए जिन उपाया, जिस प्रभु ने तैनू पैदा किया है, इस कायनात नूं पैदा किया है, उन्होंने अपने मन विच वसा, उन्होंने अपनी सोच विच वसा, ਉਹਦੇ ਗੁਣਾਂ ਨੂੰ, ਉਹਦੇ ਹੁਕਮ ਨੂੰ, ਰਜ਼ਾ ਨੂੰ, ਭਾਣੇ ਨੂੰ ਆਪਣੇ ਮਨ ਵਿੱਚ ਵਸਾ। ਹੁਣ ਮਨ ਦੇ ਅੰਦਰ ਕੁਛ ਨਾ ਕੁਛ ਤਾਂ ਵਸਣਾ ਹੀ ਹੈ ਨਾ, ਕਿਉਂਕਿ ਮਨ ਦੇ ਅੰਦਰ ਵਿਚਾਰ ਤਾਂ ਪੈਦਾ ਹੋਣੇ ਹੀ ਨੇ, ਸਾਡੇ ਅੰਦਰ ਬਹੁਤ ਸਾਰੀਆਂ ਯਾਦਾਂ ਇਕੱਠੀਆਂ ਹੋਣੀਆਂ ਹੀ ਨੇ, ਹਰ ਚੀਜ਼ ਨੇ ਸਾਡੀ ਯਾਦ ਬਣ ਜਾਣਾ ਹੈ। ਤਾਂ ਫਿਰ ਕਿਉਂ ਨਾ ਅਸੀਂ ਆਪਣੇ ਅੰਦਰ ਚੰਗੀਆਂ ਯਾਦਾਂ ਪੈਦਾ ਕਰੀਏ। ਜਦੋਂ ਮਨ ਵਿੱਚ ਵਸਾਣਾ ਹੀ ਹੈ ਤਾਂ ਈਰਖਾ, ਦਵੇਸ਼, ਹੰਕਾਰ ਕਿਉਂ ਵਸਾ ਕੇ ਫਿਰਦੇ ਆ, ਐਵੇਂ ਕਿਉਂ ਅਸੀਂ ਕਵਾੜ ਚੁੱਕੀ ਫਿਰਦੇ ਆ। ਜਦੋਂ ਵਸਾਣਾ ਹੀ ਹੈ ਤੇ ਫਿਰ ਸੱਚ ਨੂੰ ਅੰਦਰ ਵਸਾਓ, ਦਇਆ ਨੂੰ ਵਸਾਓ, ਪਿਆਰ ਵਸਾਓ, ਨਿਰਭੈਤਾ ਵਸਾਓ, ਖੁਸ਼ੀਆਂ ਵਸਾਓ, ਖੇੜੇ ਵਸਾਓ, ਆਪਣੇ ਮਨ ਵਿੱਚ ਉਹਨੂੰ ਵਸਾਓ ਜਿਹਨੇ ਪੈਦਾ ਕੀਤਾ ਹੈ ਸਾਰਾ ਜਗਤ, ਜੋ ਸਰਬ ਸ਼ਕਤੀਮਾਨ ਹੈ। ਤੇ ਜਦੋਂ ਇਹ ਚੀਜ਼ ਅੰਦਰ ਵਸੇਗੀ ਕਿ ਉਹ ਸਰਬ ਸ਼ਕਤੀਮਾਨ ਹੈ, फिर ये चीज मन विच वसेगी कि मन तू जोत स्वरूप है, कि मैं उसे दा रूप हाँ। ये चीज मन विच वसेगी कि यह संसार अनंत है, उहदे गुण अनंत ने। तां फिर साडे मन विच ये भी चीज वसेगी कि मेरे अंदर अनंत संभावनावां ने, मैं अनंत गुणां दा धारनी हो सकदा हाँ, मेरे अंदर विकास दीआं अनंत संभावनावां ने। साडे अंदर फिर पॉजिटिविटी पैदा होएगी। इसलिए अपने मन दे अंदर रब्बी गुणा नूं, रब्बी रजा और भाने नूं वसाओ। जिन 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 जन त्याया खसम, सॉरी मैं जिन पढ़ गया, जिन जन त्याया खसम तिन सुख पाया। जिन जन, जिस मनुख ने, तिन दा मतलब उस मनुख ने, जिस मनुख ने खसम नूं त्याया, त्याया दा मतलब ध्यान विच रखिया, जिन्हें अपने ध्यान नूं रब्बी गुणां नाल जोड़ के रखिया, जिहदे ध्यान विच हमेशा रब्बी गुण ने, तिन सुख पाया, उस बंदे ने सुख पा लिया। इस दुनिया विच सुख किन्ने पाया है? जिहदे ध्यान विच रब है। ध्यान दा मतलब सोच, सुरत, जिहदी सोच विच रब्बी गुण ने, जिहदे जीवन विच रब्बी गुण ने, उन्हें सुख पा लिया। सिंपल गल, सौखी गल कि जे असीं सुख पाना चाहते हैं तो ਉਹਦੇ ਵਾਸਤੇ ਇੱਕ ਹੀ ਰਾਹ ਹੈ ਕਿ ਆਪਣੇ ਅੰਦਰ ਗੁਣ ਵਸਾਓ, ਆਪਣੇ ਸੁਭਾਅ ਨੂੰ ਬਦਲੋ, ਸੋਚ ਨੂੰ ਬਦਲੋ, ਬੋਲਾਂ ਨੂੰ ਬਦਲੋ, ਬਿਹੇਵੀਅਰ ਨੂੰ ਬਦਲੋ। ਜਦੋਂ ਅਸੀਂ ਇੱਕ ਦੂਜੇ ਨਾਲ ਵਰਤਣਾ ਹੀ ਹੈ ਤਾਂ ਫਿਰ ਕਿਉਂ ਫਾਰਮੈਲਿਟੀ, ਕਿਉਂ ਪਿਆਰ ਨਾਲ ਵਰਤ ਲਓ। ਹੁਣ ਅਸੀਂ ਕਈ ਵਾਰ ਕਿਸੇ ਨੂੰ ਮਿਲਣ ਵਾਸਤੇ ਇਸ ਕਰਕੇ ਨਹੀਂ ਜਾਂਦੇ ਕਿਉਂਕਿ ਇੱਕ ਨਾ ਗਿਫਟ ਕਲਚਰ ਹੈ, ਇਹਨੇ ਸਾਡਾ ਨੁਕਸਾਨ ਕੀਤਾ ਕਾਫੀ। ਵੀ ਜੇ ਕਿਸੇ ਦੇ ਘਰ ਜਾਣਾ ਹੈ ਤੇ ਕੋਈ ਗਿਫਟ ਲੈ ਕੇ ਜਾਣਾ। ਹੁਣ ਕਈ ਵਾਰ ਨਹੀਂ ਹੈਗੇ ਪੈਸੇ ਤੇ ਗਿਫਟ ਲੈ ਕੇ ਜਾਣ ਲਈ ਪੈਸੇ ਨਹੀਂ ਹੈ ਤੇ ਬੰਦਾ ਕਹਿੰਦਾ ਯਾਰ ਛੱਡ ਪਰਾਂ, ਕੀ ਜਾਣਾ। ਪਹਿਲਾਂ ਲੋਕ ਨਾ ਜਾਂਦੇ ਹੁੰਦੇ ਸਨ ਕਿਤੇ ਹੋਰ ਅਗਾ ਤੇ ਕਹਿਣਾ ਚੱਲ ਇਸ ਪਿੰਡ ਵੀ ਰਿਸ਼ਤੇਦਾਰ, ਉੱਥੇ ਹੀ ਮਿਲ ਚੱਲਦੇ ਆ। ਗਿਫਟ ਨਹੀਂ ਸੀ ਲੈ ਕੇ ਜਾਣੀ, ਮਿਲਣ ਜਾਣਾ, ਤੇ ਅਗਲੇ ਵੀ ਮਿਲਦੇ ਸੀ। ਹੁਣ ਮੈਂ ਕਿਸੇ ਦੇ ਘਰ ਜਾਣਾ ਤੇ ਗਿਫਟ ਲੈ ਕੇ ਜਾਣਾ, ਅਗਲੇ ਨੂੰ ਫੋਨ ਕਰੀਏ ਵੀ ਮੈਂ ਤੁਹਾਡੇ ਘਰ ਆ ਰਿਹਾ ਤੇ ਉਹਨੂੰ ਸਿਆਪਾ ਪੈ ਜਾਂਦਾ, ਫਿਰ ਰਿਟਰਨ ਗਿਫਟ ਦੇਣੀ ਪੈਣੀ। ਹੁਣ ਮੈਂ ਕਿਲੋ ਬਰਫੀ ਲੈ ਗਿਆ ਵਾਂ ਤੇ ਅਗਲਿਆਂ ਨੇ ਮੈਨੂੰ ਇੱਕ ਸ਼ਰਟ ਲੈ ਦਿੱਤੀ, ਪੈ ਗਿਆ ਨਾ ਸਿਆਪਾ। ਹੁਣ ਲੋੜ ਕੀ ਹੈ ਬਰਫੀ ਦੀ ਤੇ ਸ਼ਰਟ ਦੀ? ਗੱਲ ਤਾਂ ਮਿਲਣ ਦੀ ਹੈ, ਮੇਲ ਮਿਲਾਪ ਦੀ ਹੈ। ਇਹ ਚੀਜ਼ਾਂ ਵਿੱਚੋਂ ਖਤਮ ਹੋਣੀਆਂ ਚਾਹੀਦੀਆਂ ਨੇ, ਲੇਕਿਨ ਅਸੀਂ ਇਹਨਾਂ ਚੀਜ਼ਾਂ ਨੂੰ ਵਿੱਚ ਬਿਠਾ ਬੈਠੇ ਹਾਂ, ਇਹਨਾਂ ਨੂੰ ਜ਼ਰੂਰੀ ਸਮਝ ਲਿਆ ਹੈ, ਇਹਨਾਂ ਚੀਜ਼ਾਂ ਉੱਤੇ ਮਿਲਵਰਤਨ ਨੂੰ ਡਿਪੈਂਡ ਕਰ ਲਿਆ ਹੈ। ਮੇਰਾ ਮਤਲਬ ਇਹ ਨਹੀਂ ਕਿ ਲੈਣ ਦੇਣ ਖਤਮ ਕਰੋ, ਮੇਰਾ ਮਤਲਬ ਹੈ ਕਿ ਪ੍ਰੇਮ ਜਿੱਥੇ ਹੈ ਉੱਥੇ ਇਹਨਾਂ ਚੀਜ਼ਾਂ ਦੀ ਵੈਲਿਊ ਨਹੀਂ ਹੈ। ਇਹਨਾਂ ਵਸਤੂਆਂ ਕਰਕੇ ਪ੍ਰੇਮ ਨਾ ਬਣਾਓ। ਪ੍ਰੇਮ ਦੇ ਅੰਦਰ ਇਹ ਵਸਤੂ ਆ ਜਾਣ ਤਾਂ ਆ ਜਾਣ, ਕੋਈ ਗੱਲ ਨਹੀਂ।
प्रेम दे अंदर ते बंदा सब कुछ कुर्बान कर दिंदा ना, अपना आपा कुर्बान कर दिंदा। ਤਾਂ ਜਿਨ ਜਨ ਧਿਆਇਆ ਖਸਮ ਤਿਨ ਸੁਖ ਪਾਇਆ, ਜਿਨ੍ਹਾਂ ਨੇ ਖਸਮ ਨੂੰ ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਇਆ, ਉਸ ਬੰਦੇ ਨੇ ਸੁਖ ਪਾ ਲਿਆ, ਉਹਨੇ ਸ਼ਾਂਤੀ ਪਾ ਲਈ। ਤਾਂ ਜੇ ਅਸੀਂ ਸੁਖ ਸ਼ਾਂਤੀ ਚਾਹੁੰਦੇ ਹਾਂ ਤਾਂ ਸਾਨੂੰ ਆਪਣਾ ਸੁਭਾਅ, ਆਪਣਾ ਮਿਲਵਰਤਨ, ਆਪਣੀ ਸੋਚ ਗੁਣਾਂ ਵਾਲੀ ਬਣਾਉਣੀ ਚਾਹੀਦੀ। ਸਫਲ ਜਨਮ ਪਰਵਾਨ ਗੁਰਮੁਖ ਆਇਆ। ਗੁਰਮੁਖ ਦਾ ਮਤਲਬ ਜੋ ਗੁਰੂ ਦੇ ਸਨਮੁਖ ਹੈ, ਜੋ ਗੁਰੂ ਦੀ ਸ਼ਰਨ ਵਿੱਚ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜਾ ਗੁਰਮੁਖ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਵਾਲਾ ਹੈ, ਸਫਲ ਜਨਮ, ਉਹਦਾ ਜੀਵਨ ਸਫਲ ਹੈ, ਮੁਬਾਰਕ ਹੈ। ਪ੍ਰਵਾਨ, ਉਹ ਸੰਸਾਰ ਨੂੰ ਪ੍ਰਵਾਨ ਹੈ, ਰੱਬ ਦੇ ਦਰ ਤੇ ਪ੍ਰਵਾਨ ਹੈ। ਉਹਦਾ ਇਸ ਸੰਸਾਰ ਦੇ ਉੱਤੇ ਆਉਣਾ ਸਫਲਾ ਹੈ, ਉਹਦੀ ਜ਼ਿੰਦਗੀ ਕਾਮਯਾਬ ਹੋ ਗਈ, ਉਹਦਾ ਜੀਵਨ ਸਫਲ ਹੋ ਗਿਆ, ਉਹਦਾ ਇੱਥੇ ਆਉਣਾ ਪ੍ਰਵਾਨ ਹੈ, ਜੋ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਰਿਹਾ ਹੈ, ਜੋ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਜੀਂਦਾ ਹੈ, ਗਿਆਨ ਗੁਰੂ ਦੀ ਅਗਵਾਈ ਵਿੱਚ ਜੀਵਨ ਜੀਂਦਾ ਹੈ, ਜਿਸ ਦੇ ਜੀਵਨ ਵਿੱਚ ਸੱਚ, ਧਰਮ, ਦਇਆ, ਪਿਆਰ, ਮੁਹੱਬਤ, ਇਨਸਾਨੀਅਤ ਹੈ, ਉਹਦਾ ਇਸ ਸੰਸਾਰ ਤੇ ਆਉਣਾ ਸਫਲਾ ਹੈ, ਮੁਬਾਰਕ ਹੈ, ਕਿਉਂਕਿ ਉਹਦੇ ਤੋਂ ਉਹਨੂੰ ਕੋਈ ਦੁੱਖ ਨਹੀਂ ਹੈ ਨਾ ਕਿਸੇ ਨੂੰ। ਐਸੇ ਬੰਦੇ ਤੋਂ ਕਿਸੇ ਨੂੰ ਕੋਈ ਤਕਲੀਫ ਨਹੀਂ ਹੈ। ਤੇ ਜਿਹੜਾ ਬੰਦਾ ਕਰਪਟ ਹੈ, ਨਸ਼ਈ ਹੈ, ਤਸਕਰ ਹੈ, ਚੋਰ ਹੈ, ਕਰੈਕਟਰਲੈਸ ਹੈ, ਲੜਾਕਾ ਹੈ, ਬੇਈਮਾਨ ਹੈ, ਠੱਗ ਹੈ, ਉਹਦਾ ਜੀਵਨ ਸਫਲ ਥੋੜਾ ਹੈ। ਉਹ ਤਾਂ ਦੁਨੀਆ ਨੂੰ ਦੁੱਖ ਦੇ ਰਿਹਾ ਹੈ, ਉਹ ਤਾਂ ਦੁਨੀਆ ਦੇ ਅੰਦਰ ਦੁਖਾਂਤ ਪੈਦਾ ਕਰ ਰਿਹਾ ਹੈ। ਐਸੇ ਲੋਕਾਂ ਕਰਕੇ ਤੇ ਦੁਨੀਆ ਵਿੱਚ ਭੈ ਪੈਦਾ ਹੁੰਦਾ ਹੈ, ਡਰ ਪੈਦਾ ਹੁੰਦਾ ਹੈ, ਦੁੱਖ ਪੈਦਾ ਹੁੰਦੇ ਨੇ। ਉਹਨਾਂ ਦਾ ਜੀਵਨ ਤੇ ਬੇਕਾਰ ਹੈ, ਨਾ ਜੰਮਦੇ ਤੇ ਚੰਗਾ ਸੀ। ਇਹੋ ਜਿਹੇ ਲੋਕ ਨਾ ਜੰਮਦੇ ਤੇ ਚੰਗਾ ਸੀ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਉਹਦਾ ਜੀਵਨ ਸਫਲ ਹੋ ਜਾਂਦਾ। ਤਾਂ ਅਸੀਂ ਆਪਣੇ ਜੀਵਨ ਨੂੰ ਸਫਲ ਕਰ ਸਕਦੇ ਹਾਂ। ਸਾਡੇ ਕੋਲ ਕਿੰਨਾ ਵੱਡਾ ਗਿਆਨ ਹੈ। ਅਗਲਾ ਬਚਨ ਗੁਰੂ ਪਾਤਸ਼ਾਹ ਜੀ ਕਰ ਰਹੇ ਨੇ, ਹੁਕਮੈ ਬੁੱਝ ਨਿਹਾਲ ਖਸਮ ਫਰਮਾਇਆ। ਖਸਮ ਦਾ ਮਤਲਬ ਖਸਮ ਨੇ, ਪ੍ਰਭੂ ਨੇ। ਫਰਮਾਇਆ ਦਾ ਮਤਲਬ ਜੋ ਹੁਕਮ ਕੀਤਾ ਹੈ, ਜੋ ਕੁਦਰਤੀ ਨੇਮ ਨੇ ਬਣਾਏ। ਹੁਕਮੈ ਬੁੱਝ ਨਿਹਾਲ, ਉਸ ਹੁਕਮ ਨੂੰ ਬੁੱਝ ਕੇ, ਜਾਣ ਕੇ, ਸਮਝ ਕੇ, ਉਹਦੇ ਮੁਤਾਬਕ ਜ਼ਿੰਦਗੀ ਜੀ ਕੇ। ਨਿਹਾਲ ਦਾ ਮਤਲਬ ਬੰਦਾ ਨਿਹਾਲ ਹੋ ਜਾਂਦਾ, ਖਿੜਿਆ ਰਹਿੰਦਾ। ਖਸਮ ਫਰਮਾਇਆ ਦਾ ਮਤਲਬ ਜੋ ਖਸਮ ਦਾ ਫਰਮਾਇਆ ਹੋਇਆ ਹੈ, ਫਰਮਾਨ ਹੈ, ਜੋ ਹੁਕਮ ਹੈ, ਜੋ ਅਸੀਂ ਜਪਜੀ ਸਾਹਿਬ ਵਿੱਚ ਵਿਚਾਰਿਆ, ਹੁਕਮ ਰਜ਼ਾਈ ਚੱਲਣਾ। ਜਿਸ ਹੁਕਮ ਦੇ ਅੰਦਰ ਇਹ ਸਾਰੀ ਦੁਨੀਆ ਹੈ, ਹੁਕਮੀ ਹੋਵਨ ਜੀ ਹੁਕਮ ਮਿਲੇ ਵਡਿਆਈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਜਿਸ ਨਾਮ ਦੇ ਆਸਰੇ ਸਾਰਾ ਸੰਸਾਰ ਹੈ, ਉਹਨੂੰ ਕਹਿੰਦੇ ਨੇ ਖਸਮ ਫਰਮਾਇਆ ਦਾ ਮਤਲਬ ਰੱਬ ਦਾ ਫਰਮਾਇਆ ਹੋਇਆ ਰੱਬੀ ਹੁਕਮ, ਰਜ਼ਾ, ਭਾਣਾ, ਸਿਸਟਮ, ਲਾ ਆਫ ਨੇਚਰ, ਕੋਈ ਵੀ ਵਰਡ ਯੂਜ਼ ਕਰ ਲਓ। ਬੁੱਝ ਦਾ ਮਤਲਬ ਬੁੱਝ ਕੇ, ਸਮਝ ਕੇ। ਜੇ ਉਸ ਰੱਬੀ ਹੁਕਮ ਨੂੰ ਸਮਝਿਆ ਜਾਏ ਤੇ ਉਹਨੂੰ ਸਮਝ ਕੇ ਫਿਰ ਜ਼ਿੰਦਗੀ ਜੀਵੀ ਜਾਏ ਤਾਂ ਗੁਰੂ ਜੀ ਕਹਿੰਦੇ ਨਿਹਾਲ, ਉਹ ਬੰਦਾ ਨਿਹਾਲ ਹੋ ਜਾਂਦਾ। ਨਿਹਾਲ ਦਾ ਮਤਲਬ ਖਿੜਦਾ ਹੈ, ਉਹਦੇ ਅੰਦਰ ਚੜ੍ਹਦੀ ਕਲਾ ਹੈ, ਉਹਦੇ ਅੰਦਰ ਹੈ, ਉਹਦਾ ਜੀਵਨ ਪ੍ਰਫੁੱਲਤ ਹੈ, ਜਿਨੇ ਹੁਕਮ ਨੂੰ ਸਮਝ ਕੇ ਹੁਕਮ ਮੁਤਾਬਕ ਜ਼ਿੰਦਗੀ ਜੀਵੀ। ਦੇਖੋ ਸਿੰਪਲ ਗੱਲ ਹੈ, ਅਸੀਂ ਹੁਣ ਕਾਰ ਬੱਸ ਚਲਾਉਂਦੇ ਹਾਂ ਤਾਂ ਜਿਨੇ ਸਿਸਟਮ ਨੂੰ ਸਮਝ ਲਿਆ, ਟ੍ਰੈਫਿਕ ਦੇ ਨਿਯਮਾਂ ਨੂੰ ਸਮਝ ਲਿਆ, ਉਹ ਟ੍ਰੈਫਿਕ ਦੇ ਨਿਯਮਾਂ ਮੁਤਾਬਕ ਚੱਲ ਰਿਹਾ ਹੈ, ਉਹ ਆਪਣੇ ਟਿਕਾਣੇ ਤੇ ਠੀਕ ਠਾਕ ਪਹੁੰਚ ਜਾਂਦਾ। ਤੇ ਜੇ ਹੁਕਮ ਭੁੱਲ ਜਾਏ, ਬੰਦਾ ਕਨਫਿਊਜ਼ ਹੋ ਜਾਏ ਵੀ ਲਾਲ ਬੱਤੀ ਤੇ ਰੁਕਣਾ ਹੁੰਦਾ ਹੈ ਕਿ ਲਾਲ ਬੱਤੀ ਤੇ ਚੱਲਣਾ ਹੁੰਦਾ ਹੈ, ਤੇ ਜੇ ਬੰਦਾ ਇਹ ਸਮਝ ਲਵੇ ਕਿ ਲਾਲ ਬੱਤੀ ਤੇ ਚੱਲਣਾ ਹੁੰਦਾ ਹੈ ਤੇ ਲਾਲ ਬੱਤੀ ਤੇ ਚੱਲ ਪਵੇ ਤਾਂ ਐਕਸੀਡੈਂਟ ਹੋਏਗਾ ਨਾ। ਕਿਉਂ ਐਕਸੀਡੈਂਟ ਹੋ ਗਿਆ? ਕਿਉਂਕਿ ਹੁਕਮ ਨੂੰ ਬੁੱਝਿਆ ਨਹੀਂ, ਜਾਣਿਆ ਨਹੀਂ ਕਿ ਲਾਲ ਤੇ ਚੱਲਣਾ ਹੈ ਕਿ ਹਰੀ ਤੇ ਚੱਲਣਾ, ਤਾਂ ਪ੍ਰੋਬਲਮ ਕ੍ਰੀਏਟ ਹੋਈ ਨਾ। ਇਸੇ ਤਰ੍ਹਾਂ ਸਾਡੀ ਘਰ ਗ੍ਰਸਤੀ ਹੈ, ਸਾਡਾ ਆਮ ਜੀਵਨ ਹੈ, ਇਹਦੇ ਵਿੱਚ ਵੀ ਜੇ ਬੰਦਾ ਸਮਝੇ ਕਿ ਇੱਥੇ ਝੂਠ ਬੋਲਣ ਨਾਲ ਨੁਕਸਾਨ ਹੋਏਗਾ ਕਿ ਸੱਚ ਬੋਲਣ ਨਾਲ, ਪਿਆਰ ਨਾਲ ਰਹਿਣਾ ਠੀਕ ਹੈ ਕਿ ਈਰਖਾ ਨਾਲ ਰਹਿਣਾ ਠੀਕ ਹੈ, ਤਾਂ ਸਾਨੂੰ ਸਮਝ ਆਏਗੀ ਕਿ ਪਿਆਰ ਨਾਲ ਰਹਿਣਾ ਠੀਕ ਹੈ, ਸੱਚ ਬੋਲਣਾ ਠੀਕ ਹੈ, ਇਨਸਾਨੀਅਤ ਆਪਣੇ ਅੰਦਰ ਪੈਦਾ ਕਰਨੀ ਠੀਕ ਹੈ। ਇਸ ਹੁਕਮ ਨੂੰ ਬੰਦਾ ਜਦੋਂ ਬੁੱਝੇਗਾ ਤੇ ਨਿਹਾਲ ਹੋ ਜਾਏਗਾ। ਜਿਸ ਹੋਆ ਆਪ ਕਿਰਪਾਲ ਸੋ ਨਹਿ ਪਰਮਾਇਆ। ਇਹਨੂੰ ਕਿਰਪਾਲ ਨਹੀਂ ਪੜਨਾ, ਪੂਰਾ ਰਾਰਾ ਨਹੀਂ ਬੋਲਣਾ, ਅੱਧਾ ਰਾਰਾ, ਕਿਰਪਾਲ। ਜਿਸ ਹੋਆ ਆਪ ਕਿਰਪਾਲ,
जिस मनुख ते आप मेहरबान होया है, यानी जो रब दी दया दा मेहर दा पात्र बनया है, जिन्हें रब्बी हुक्म नूं समझिया है, सो नह भरमाया, वो फिर भटकदा नहीं है। वो बंदा नहीं भटकदा जो रब दी रहमत दा पात्र बन गया, वो भटकेगा नहीं। ਉਹਨੂੰ ਜਿੰਨਾ ਮਰਜ਼ੀ ਭਟਕਾਉਣ ਦਾ ਯਤਨ ਕਰ ਲੋ, ਕਿਉਂਕਿ ਉਹਨੂੰ ਗਿਆਨ ਹੋ ਗਿਆ, ਸੱਚ ਦੀ ਸਮਝ ਆ ਗਈ, ਫਿਰ ਉਹ ਬੰਦਾ ਕਦੇ ਜੀਵਨ ਦੇ ਰਾਸਤੇ ਤੋਂ ਭਟਕੇਗਾ ਨਹੀਂ। ਉਹਨੂੰ ਜਿੰਨਾ ਮਰਜ਼ੀ ਭਟਕਾਉਣ ਦਾ ਯਤਨ ਕਰ ਲੋ ਕਿ ਤੈਨੂੰ ਇੰਨੇ ਪੈਸੇ ਦੇ ਦੇਾਂਗੇ, ਤੂੰ ਝੂਠੀ ਗਵਾਹੀ ਦੇ ਦੇ, ਉਹ ਕਹਿੰਦਾ ਵੀ ਸਜਣਾ ਫਾਇ ਬੇਸ਼ੱਕ ਲੱਗਦਾ ਪਰ ਝੂਠੀ ਗਵਾਹੀ ਤੇ ਨਹੀਂ ਦਿੰਦਾ। ਯਾਨੀ ਉਹ ਭਟਕਦਾ ਨਹੀਂ ਹੈ ਜੀਵਨ ਦੇ ਰਾਸਤੇ ਤੋਂ। ਉਹ ਵੀ ਵਿਚਾਰ ਨਹੀਂ ਕਮਾਏਗਾ, ਉਹ ਅਤਿਆਚਾਰ ਨਹੀਂ ਕਰੇਗਾ, ਉਹ 2 ਨੰਬਰ ਦੇ ਧੰਦੇ ਨਹੀਂ ਕਰੇਗਾ, ਉਹ ਇਨਸਾਨੀਅਤ ਤੋਂ ਨਹੀਂ ਗਿਰੇਗਾ, ਉਹ ਜ਼ਿੰਦਗੀ ਦੇ ਅੰਦਰ ਕਿਤੇ ਵੀ ਭਟਕਣਾ ਵਿੱਚ ਨਹੀਂ ਪਏਗਾ। ਉਹਨੂੰ ਜ਼ਰੂਰਤ ਨਹੀਂ ਹੈ, ਉਹਨੂੰ ਕੋਈ ਕਹੇਗਾ ਨਾ ਵੀ ਤੈਨੂੰ ਅਪੀਲੀਆ ਹੋ ਗਿਆ ਤੇ ਬਾਬੇ ਤੋਂ ਫਾਂਡਾ ਕਰਾਇਆ, ਉਹ ਕਹਿੰਦਾ ਮਰ ਤੇ ਬੇਸ਼ੱਕ ਜਾਂ ਪਰ ਬਾਬੇ ਤੋਂ ਫਾਂਡਾ ਕਰਾਉਣ ਨਹੀਂ ਜਾਂਦਾ। ਮੈਨੂੰ ਪਤਾ ਹੈ ਵੀ ਫਾਂਡਿਆਂ ਦੇ ਨਾਲ ਕਦੇ ਪੀਲੀਆ ਨਹੀਂ ਹਟਦਾ। ਉਹਨੂੰ ਹੋ ਜਾਏ ਨਾ ਜੇ ਬਾਈ ਚਾਂਸ ਕੋਈ ਛੋਟੀ ਮੋਟੀ ਪ੍ਰੋਬਲਮ ਆ ਜਾਏ, ਸਿਰ ਪੀੜ ਹੋ ਜਾਏ, ਕੁਛ ਹੋ ਜਾਏ, ਤੇ ਉਹਨੂੰ ਕਹੇ ਫਲਾਣਾ ਬਾਬਾ ਫਾਂਡਾ ਕਰਦਾ, ਉਹ ਕਹਿੰਦਾ ਬੇਸ਼ੱਕ ਸਜਣਾ ਮੈਂ ਮਰ ਜਾ, ਮੈਨੂੰ ਕੋੜ ਹੋ ਜਾਏ, ਮੈਨੂੰ ਕੀੜੇ ਪੈ ਜਾਣ, ਪਰ ਬਾਬੇ ਕੋਲ ਨਹੀਂ ਜਾਂਦਾ। ਮੈਨੂੰ ਪਤਾ ਵੀ ਬਾਬੇ ਦੇ ਫਾਂਡੇ ਨਾਲ ਕੱਖ ਨਹੀਂ ਹੋਣਾ। ਉਹ ਭਟਕਦਾ ਨਹੀਂ ਹੈ। ਉਹ ਵਰਤਨ ਰਾਤੇ ਸਰਾਧਾਂ ਵਿੱਚ ਤੇ ਜਿੰਨੇ ਵੀ ਆ ਕਰਮ ਕਾਂਡ ਨੇ, ਇਹਨਾਂ ਕਰਮ ਕਾਂਡਾਂ ਵਿੱਚ ਨਹੀਂ ਪੈਂਦਾ। ਫੋਟੋਆਂ ਅੱਗੇ ਉਹਨੂੰ ਕੋਈ ਕਵੇ ਨਾ ਫੋਟੋ ਅੱਗੇ ਧੂਪ ਬੱਤੀ ਘਮਾਇਆ ਕਰ 5 ਵਾਰੀ ਤੇ ਤੇਰੀ ਮੁਕਤੀ ਹੋ ਜਾਏਗੀ, ਉਹ ਕਹਿੰਦਾ ਬਿਲਕੁਲ ਨਹੀਂ, ਮੈਂ ਨਰਕਾਂ 'ਚ ਪੈ ਜਾਵਾਂਗਾ ਪਰ ਮੈਂ ਫੋਟੋ ਅੱਗੇ ਨਹੀਂ, ਮੈਨੂੰ ਪਤਾ ਵੀ ਨਹੀਂ ਹੋਣੀ। ਕਿਉਂਕਿ ਭਟਕਦਾ ਨਹੀਂ ਨਾ, ਉਹਨੂੰ ਗਿਆਨ ਹੋ ਗਿਆ, ਉਹਨੂੰ ਸਮਝ ਆ ਗਈ, ਸੱਚ ਦੀ ਸਮਝ ਆ ਗਈ। ਤੇ ਜਿਹਨੂੰ ਸੱਚ ਦੀ ਸਮਝ ਆ ਗਈ ਉਹ ਭਟਕੇਗਾ ਨਹੀਂ। ਜਿਹਦੇ ਤੇ ਰੱਬ ਦਇਆਵਾਨ ਹੋ ਗਿਆ ਉਹ ਭਟਕਦਾ ਨਹੀਂ, ਜੀਵਨ ਸਫਰ ਵਿੱਚ ਨਹੀਂ ਭਟਕਦਾ। ਉਹਨੂੰ ਬੇਸ਼ੱਕ ਕਹੋ ਵੀ ਤੈਨੂੰ ਆਰੇ ਨਾਲ ਚੀਰ ਦਿਆਂਗੇ, ਆਰੇ ਨਾਲ ਵੀ ਜੇ ਉਹਨੂੰ ਭਟਕਾਓ ਤੇ ਉਹ ਨਹੀਂ ਭਟਕਦਾ। ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ। ਜੋ ਕੁਛ ਉਹਨੂੰ ਪ੍ਰਭੂ ਨੇ ਦਿੱਤਾ ਹੈ, ਉਹਨੂੰ ਹੀ ਉਹ ਸੁਖ ਪ੍ਰਤੀਤ ਕਰਦਾ ਹੈ ਕਿ ਇਹ ਸੁਖ ਹੈ, ਖੁਸ਼ੀ ਹੈ ਜੋ ਪ੍ਰਭੂ ਨੇ ਦਿੱਤਾ ਹੈ। ਯਾਨੀ ਜੋ ਹੁਕਮ ਦੇ ਅੰਦਰ ਮਿਲਿਆ ਹੈ ਉਹ ਖੁਸ਼ੀ ਹੈ, ਉਹ ਸੁਖ ਹੈ। ਤੇ ਯਾਦ ਰੱਖਣਾ ਬਾਰ-ਬਾਰ ਇਹ ਗੱਲ ਗੁਰੂ ਸਾਹਿਬ ਜੀ ਸਾਨੂੰ ਕਹਿ ਰਹੇ ਨੇ, ਹੁਕਮ ਦੇ ਅੰਦਰ ਸੁਖ ਹੈ। ਹੁਕਮ ਦੇ ਅੰਦਰ ਜੋ ਮਿਲੇਗਾ ਤੁਹਾਨੂੰ ਖੁਸ਼ੀ ਉਹਦੇ ਵਿੱਚ ਮਿਲਣੀ ਹੈ। ਹੁਕਮ ਤੋਂ ਬਾਹਰ ਪਹਿਲੀ ਗੱਲ ਕੁਝ ਮਿਲੇਗਾ ਨਹੀਂ। ਤੇ ਜੋ ਤੁਸੀਂ ਲਓਗੇ ਉਹ ਸੁਖ ਨਹੀਂ, ਉਹ ਦੁੱਖ ਹੋਏਗਾ। ਉਹ ਸੁਖ ਨਹੀਂ ਹੈ, ਦੁੱਖ ਹੋਏਗਾ। ਤਾਂ ਜੋ ਰੱਬ ਵੱਲੋਂ ਹੁਕਮ ਦੇ ਵਿੱਚ ਮਿਲਦਾ ਹੈ, ਹੁਕਮ ਦੇ ਅੰਦਰ ਜ਼ਿੰਦਗੀ ਜੀਂਦਿਆਂ ਜੋ ਕੁਝ ਵੀ ਪ੍ਰਾਪਤੀ ਹੁੰਦੀ ਹੈ, ਉਹਦੇ ਵਿੱਚ ਉਹ ਖੁਸ਼ ਹੈ, ਉਹਦੇ ਵਿੱਚ ਉਹ ਪ੍ਰਸੰਨ ਹੈ। ਰੁੱਖੀ ਸੁੱਖੀ ਖਾਏ ਕੈ, ਠੰਡਾ ਪਾਣੀ ਪੀਓ, ਫਰੀਦਾ ਵੇਖ ਪਰਾਈ ਚੋਪੜੀ, ਨਾ ਤਰਸਾਏ ਜੀਓ। ਮੈਂ ਕੱਲ ਪਰਸੋਂ ਬੇਨਤੀ ਕੀਤੀ ਸੀ ਨਾ ਕਿ ਹਾਰਵਰਡ ਯੂਨੀਵਰਸਿਟੀ ਵਾਲਿਆਂ ਨੇ ਕਾਫੀ ਲੰਬਾ ਸਮਾਂ 50-60 ਸਾਲ ਲਾ ਕੇ ਖੋਜ ਕੀਤੀ ਹੈ, ਲੱਖਾਂ ਲੋਕਾਂ ਨੂੰ ਮਿਲੇ ਨੇ, ਉਹ ਬਹੁਤ ਵੱਡਾ ਡਾਟਾ ਇਕੱਠਾ ਕੀਤਾ ਹੈ। ਔਰ ਉਸ ਬੜੇ ਵਿਦਵਾਨ ਤੇ ਬੜੇ ਫਿਲੋਸਫਰ ਸਕੋਲਰ ਲੋਕ, ਡਾਕਟਰ, ਸਾਈਕੋਲੋਜਿਸਟ, ਸਾਈਕੈਟ੍ਰਿਕ ਸਕੋਲਰ ਜੋ ਲੋਕ ਨੇ, ਫਿਲੋਸਫਰ, ਉਹਨਾਂ ਨੇ ਫਿਰ ਖੋਜਾਂ ਕੀਤੀਆਂ ਨੇ ਕਾਫੀ ਲੰਬੀਆਂ ਚੌੜੀਆਂ ਕਿ ਇਸ ਦੁਨੀਆ ਵਿੱਚ ਖੁਸ਼ ਕੌਣ ਹੈ, ਪ੍ਰਸੰਨ ਕੌਣ ਹੈ, ਸੁਖੀ ਕੌਣ ਹੈ। ਅਮੀਰ ਸੁਖੀ ਨੇ, ਗਰੀਬ ਸੁਖੀ ਨੇ, ਪੜ੍ਹੇ ਸੁਖੀ ਨੇ, ਅਨਪੜ੍ਹ ਸੁਖੀ ਨੇ, ਔਰਤਾਂ ਸੁਖੀ ਨੇ, ਮਰਦ ਸੁਖੀ ਨੇ, ਬੁੱਢੇ ਸੁਖੀ ਨੇ, ਜਵਾਨ ਜਾਂ ਬੱਚੇ ਜਾਂ ਧਰਮਾਂ ਨੂੰ ਮੰਨਣ ਵਾਲੇ ਜਾਂ ਨਾ ਮੰਨਣ ਵਾਲੇ, ਕੌਣ ਸੁਖੀ ਹੈ। ਤਾਂ ਆਖਿਰ ਰਿਜ਼ਲਟ ਇਹ ਨਿਕਲਿਆ ਹੈ ਕਿ ਜਿਨ੍ਹਾਂ ਦੇ ਰਿਲੇਸ਼ਨਸ਼ਿਪ ਸੁਖਾਵੇਂ ਸਨ ਉਹ ਲੋਕ ਖੁਸ਼ ਸਨ। ਜਿਨ੍ਹਾਂ ਦੇ ਆਪਸੀ ਸੰਬੰਧ ਸੁਖਾਵੇਂ ਨੇ ਉਹ ਖੁਸ਼ ਨੇ। ਧੀਆਂ ਪੁੱਤਰਾਂ ਨਾਲ, ਭੈਣ ਭਰਾਵਾਂ ਨਾਲ, ਸੱਜਣਾ ਮਿੱਤਰਾਂ ਦੇ ਨਾਲ ਜਿਨ੍ਹਾਂ ਦੇ ਰਿਲੇਸ਼ਨ ਸੰਬੰਧ ਚੰਗੇ ਨੇ ਉਹ ਖੁਸ਼ ਨੇ, ਚਾਹੇ ਉਹ ਅਮੀਰ ਨੇ ਚਾਹੇ ਉਹ ਗਰੀਬ ਨੇ। ਤਾਂ ਇਹ ਉਹੀ ਲੋਕ ਨੇ ਜੋ ਰੱਬੀ ਰਜ਼ਾ ਦੇ ਵਿੱਚ ਜੋ ਕੁਛ ਮਿਲ ਰਿਹਾ ਹੈ ਉਹਨੂੰ ਭੁਗਤ ਰਹੇ ਨੇ, ਉਹ ਸੁਖੀ ਨੇ। ਅਗਲਾ ਬਚਨ ਕਰਦੇ ਨੇ, ਨਾਨਕ ਜਿਸਹਿ ਦਇਆਲ ਬੁਝਾਏ ਹੁਕਮ ਮਿੱਤ। ਮਿੱਤ ਦਾ ਮਤਲਬ ਮਿੱਤਰ। हे ਨਾਨਕ, ਜਿਸ ਮਨੁੱਖ ਤੇ ਮਿੱਤਰ ਪ੍ਰਭੂ ਦਇਆਵਾਨ ਹੁੰਦਾ ਹੈ ਉਹਨੂੰ ਆਪਣੇ ਹੁਕਮ ਦੀ ਸੂਝ ਬਖਸ਼ਦਾ ਹੈ। ਜਿਹਦੇ ਤੇ ਰੱਬ ਦਇਆਵਾਨ ਹੁੰਦਾ ਨਾ ਉਹਨੂੰ ਹੁਕਮ ਦੀ ਸੂਝ ਬਖਸ਼ਦਾ ਹੈ। ਇਹਦਾ ਮਤਲਬ ਜੇ ਅਸੀਂ ਰੱਬ ਦੀ ਦਇਆ ਪਾਣਾ ਚਾਹੁੰਦੇ ਹਾਂ ਤੇ ਰੱਬ ਦੇ ਹੁਕਮ ਨੂੰ ਸਮਝਣਾ, ਰੱਬ ਦੇ ਹੁਕਮ ਵਿੱਚ ਤੁਰਨਾ ਹੀ ਰੱਬ ਦੀ ਦਇਆ ਹੈ। ਜਿਹਦੇ ਤੇ ਦਇਆਵਾਨ ਹੁੰਦਾ ਉਹਨੂੰ ਹੁਕਮ ਦੀ ਸੂਝ ਬਖਸ਼ਦਾ ਹੈ, ਉਹ ਹੁਕਮ ਦੇ ਅੰਦਰ ਚੱਲਦਾ ਹੈ। ਇਟ ਮੀਨਸ ਕਿ ਹੁਕਮ ਦੇ ਅੰਦਰ ਤੁਰਨਾ ਆਪਣੇ ਆਪ ਦੇ ਅੰਦਰ ਹੀ ਰੱਬ ਦੀ ਦਇਆ ਔਰ ਰਹਿਮਤ ਹੈ। ਔਰ ਇਹ ਰਹਿਮਤ ਹਰ ਥਾਂ ਤੇ ਬਰਸ ਰਹੀ ਹੈ।
इस रहमत ਨੂੰ ਕੋਈ ਵੀ ਪਾ ਸਕਦਾ ਹੈ, ਇਹਨੂੰ ਕੋਈ ਵੀ ਮਾਣ ਸਕਦਾ ਹੈ। ਅਸੀਂ ਤੇ ਇਸ ਰਹਿਮਤ ਨੂੰ ਮਾਨਣਾ ਹੈ। ਬਰਸ ਤੇ ਹਰ ਥਾਂ ਤੇ ਰਹੀ, ਰਹਿਮਤ ਹਰ ਥਾਂ ਤੇ ਬਰਸ ਰਹੀ ਹੈ, ਅਸੀਂ ਤੇ ਮਾਨਣਾ ਹੈ। ਆਪਣੇ ਉਤੋਂ ਛਤਰੀ ਲਾਣੀ ਹੈ ਤੇ ਬਰਸਾਤ ਦੇ ਅੰਦਰ ਭਿੱਜ ਜਾਣਾ ਹੈ। ਆਪਣੇ ਅੰਦਰੋਂ ਹੰਕਾਰ ਈਗੋ ਨੂੰ ਛੱਡਣਾ ਹੈ ਤੇ ਰਹਿਮਤ ਦੇ ਨਾਲ ਸਰਸਾਰ ਹੋ ਜਾਣਾ ਹੈ। ਰੱਬੀ ਹੁਕਮ ਵਿੱਚ ਤੁਰਨਾ ਹੀ ਰਹਿਮਤ। ਜਿਸਹਿ ਭੁਲਾਏ ਆਪ ਮਰ ਮਰ ਜੰਮਹਿ ਨਿਤ। ਪਰ ਜਿਸ ਜਿਸ ਨੂੰ ਭੁੱਲ ਵਿੱਚ ਪਾਉਂਦਾ ਹੈ, ਮਰ ਮਰ ਦਾ ਮਤਲਬ ਮਰ ਮਰ ਕੇ, ਜੰਮਹਿ ਨਿਤ, ਨਿਤ ਹੀ ਉਹ ਜੰਮਦੇ ਮਰਦੇ ਨੇ। ਨਿਤ ਮਤਲਬ ਕਿ ਉਹ ਪਸ਼ੂ ਬਿਰਤੀਆਂ ਵਿੱਚ ਪੈ ਰਹਿੰਦੇ ਨੇ। ਦੇਖੋ, ਜਿਹੜਾ ਹੁਣ ਰੱਬੀ ਹੁਕਮ ਤੋਂ ਭੁੱਲਿਆ ਹੋਇਆ ਹੈ, ਮੰਨ ਲਓ ਮੈਂ ਹੁਕਮ ਦੇ ਵਿੱਚ ਨਹੀਂ ਤੁਰ ਰਿਹਾ, ਤਾਂ ਮੈਂ ਨਿੱਤ ਤੇ ਜੰਮਦਾ ਮਰਦਾ ਨਹੀਂ ਨਾ ਵੀ ਹੁਣ ਮੈਂ ਮਰਾਂ ਫਿਰ ਮੈਂ ਜੰਮ ਪਵਾਂ। ਹੁਣ ਇਹ ਘੰਟੇ ਪਹਿਲੋਂ ਮਰ ਗਿਆ ਸੀ ਮੋਹਰ ਸਿੰਘ, ਫਿਰ ਜੰਮ ਪਿਆ, ਹੁਣ ਮਰ ਗਿਆ ਫਿਰ ਜੰਮ ਪਿਆ। ਐਵੇਂ ਤੇ ਨਹੀਂ ਨਾ ਮਰ ਮਰ ਜੰਮੇ ਨਿੱਤ, ਵੀ ਅੱਜ ਮਰਿਆ ਕੱਲ ਨੂੰ ਜੰਮ ਪਿਆ, ਕੱਲ ਨੂੰ ਮਰਿਆ ਪਰਸੋਂ ਨੂੰ ਜੰਮ ਪਿਆ, ਐਵੇਂ ਤੇ ਨਹੀਂ ਨਾ ਹੁੰਦਾ। ਨਿੱਤ ਮਰ ਮਰ ਜੰਮੇ ਦਾ ਮਤਲਬ ਕਿ ਉਹ ਪਸ਼ੂ ਬਿਰਤੀਆਂ ਵਿੱਚ ਪੈ ਰਹਿੰਦੇ ਨੇ, ਉਹਨਾਂ ਦੀ ਆਤਮਕ ਮੌਤ ਹੋ ਜਾਂਦੀ, ਭਟਕਣਾ ਵਿੱਚ ਉਹ ਪੈ ਰਹਿੰਦੇ ਨੇ। ਜਿਨ੍ਹਾਂ ਨੂੰ ਪ੍ਰਭੂ ਭੁਲਾ ਦਿੰਦਾ ਹੈ, ਉਹ ਨਿੱਤ ਹੀ ਭਟਕਣਾ ਵਿੱਚ ਪਏ ਹੋਏ ਨੇ, ਨਿੱਤ ਹੀ ਉਹ ਪਸ਼ੂ ਬਿਰਤੀਆਂ ਦੇ ਅੰਦਰ ਪਏ ਹੋਏ ਨੇ। ਇਨਸਾਨੀਅਤ ਤੋਂ ਉਹ ਦੂਰ ਚਲੇ ਜਾਂਦੇ ਨੇ, ਖੁਸ਼ੀਆਂ ਤੋਂ ਉਹ ਦੂਰ ਚਲੇ ਜਾਂਦੇ ਨੇ। ਤਾਂ ਅੱਜ ਦੀ ਵਿਚਾਰ ਅਸੀਂ ਇੱਥੇ ਸਮਾਪਤ ਕਰਦੇ ਹਾਂ। ਅਗਲੀ ਵਿਚਾਰ ਅਸੀਂ ਕੱਲ ਨੂੰ ਸਾਂਝੀ ਕਰਾਂਗੇ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੋਵੇ ਤਾਂ ਉਹ ਕਰ ਸਕਦਾ ਹੈ, ਔਰ ਜੇ ਕਿਸੇ ਵੀਰ ਭੈਣ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਉਹ ਆਪਣੇ ਵਿਊਜ਼ ਵੀ ਦੇ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।